सिद्धू मूसेवाला दा मर्डर किवें होया, किहड़े ਉਹ ਤਾਰ ਉਲਝੇ, ਕਿੱਥੇ ਇਹ ਸਾਰਾ ਕੁਝ ਹੋਇਆ। ਇਹ ਸਾਰੀਆਂ ਚੀਜ਼ਾਂ ਦਾ ਸਵਾਲਾਂ ਦਾ ਜਵਾਬ ਦੇਣ ਦੇ ਲਈ ਇੱਕ ਕਿਤਾਬ ਜਿਹੜੀ ਇੱਕ ਅਹਿਮ ਰਾਈਟਰ ਵੱਲੋਂ ਲਿਖੀ ਗਈ ਹੈ ਹੁਣ ਮਾਰਕੀਟ ਦੇ ਵਿੱਚ ਆ ਗਈ ਹੈ, ਹੂ ਕਿਲਡ मूसेवाला। ਇਹ ਉਹ ਬੁੱਕ ਹੈਗੀ ਹੈ सिद्धू मूसेवाला ही क्यों। होर भी बहुत सारे टॉपिक ने, होर बहुत सारिया चीज़ां ने। ये सिर्फ एक सिंगर दा ते एक शख्स दा मर्डर नहीं है। एक मर्डर एक इहो जी पर्सनैलिटी दा है जो वड्डा हुंदा जा रहा सी, ईवन इलैक्शन हारन। की ये गल बिल्कुल सच साबित हुंदी है कि इस दे पिछे एक लंबी व्योतबंदी की गई, प्री मैडिटेटेड एंड प्रॉपरली ऑर्गेनाइज्ड क्राइम है। इस ते मूसेवाला दे उत्ते इस तो पहला भी कई बार प्लैनिंग हुई है ते 2-3 वारी अटैम्प्ट भी होए सी। हालांकि पंजाब गवर्नमेंट इस गल नूं नहीं मनदी, पर जिहड़ी उन्हां दी सिक्योरिटी प्रूव करना हैगा वो एक बहुत ਵੱਡਾ ਇਹਦੇ ਵਿੱਚ ਫੈਕਟਰ ਹੈਗਾ। ਜਦੋਂ ਇਹ ਪਤਾ ਲੱਗਿਆ ਕਿ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਘਟਾ ਦਿੱਤੀ ਗਈ ਹੈ, ਉਸ ਗੱਲ ਨੂੰ ਇੱਕ ਆਧਾਰ ਬਣਾਇਆ ਗਿਆ ਕਿ ਹੁਣ ਦਿਸ ਇਜ਼ ਦਾ ਰਾਈਟ ਟਾਈਮ। ਜਿਹੜਾ ਉਹ ਕੇਕੜਾ ਨਾਂ ਦਾ ਬੰਦਾ ਹੈਗਾ ਉਹ 4-5 ਦਿਨ ਪਹਿਲਾਂ ਉੱਥੇ ਸੀਗਾ, ਉਹ ਆਲਰੇਡੀ ਔਨ ਸੀ। ਇਹ ਇੱਕ ਓਪਰਚੁਨਿਟੀ ਬਣ ਗਈ। ਮਿੱਡੂ ਖੇੜਾ ਦਾ ਮਰਡਰ ਹੁੰਦਾ ਔਰ ਇਹ ਦੱਸਿਆ ਜਾਂਦਾ ਹੈ ਕਿ ਸ਼ਗਨਪ੍ਰੀਤ ਦਾ ਹੱਥ ਸੀ ਮਿੱਡੂ ਖੇੜਾ ਦੇ ਕਤਲ ਦੇ ਵਿੱਚ, ਔਰ ਇਹ ਹੋ ਹੀ ਨਹੀਂ ਸਕਦਾ ਕਿ ਸਿੱਧੂ ਮੂਸੇਵਾਲੇ ਦਾ ਮੈਨੇਜਰ ਹੋਵੇ ਸ਼ਗਨਪ੍ਰੀਤ ਤੇ ਸਿੱਧੂ ਮੂਸੇਵਾਲੇ ਨੂੰ ਪਤਾ ਨਾ ਹੋਵੇ ਕਿ ਇਹ ਇੱਕ ਪਲੈਨਿੰਗ ਹੋਈ ਹੈ। ਪਰ ਮੇਰਾ ਇਹ ਸਵਾਲ ਹੈ ਕਿ ਗੈਂਗਸਟਰਸ ਨੂੰ ਪ੍ਰੋਟੈਕਸ਼ਨ ਕੌਣ ਦਿੰਦਾ ਹੈ। ਲਾਰੈਂਸ ਬਿਸ਼ਨੋਈ ਹੈ, ਜੇ ਉਹ ਇੰਨਾ ਪਾਵਰਫੁਲ ਨਹੀਂ ਸੀ ਜਾਂ ਉਸਦੇ ਸਿਰ ਤੇ ਕਿਸੇ ਦਾ ਹੱਥ ਨਹੀਂ ਹੈ, ਫਿਰ ਉਹਦੀਆਂ ਮੀਡੀਆ ਇੰਟਰਵਿਊਜ਼ ਕਿਵੇਂ ਹੋ ਰਹੀਆਂ ਨੇ। ਹਾਲੇ ਤੱਕ ਇਹ ਪਤਾ ਹੀ ਨਹੀਂ ਲੱਗ ਸਕਿਆ ਕਿ ਇੰਟਰਵਿਊ ਕਿਵੇਂ ਹੋਈ, ਕਿੰਨੇ ਕਰਾਈ, ਕੌਣ ਦੋਸ਼ੀ ਹੈ। ਦੀ ਲਾਈਟਿੰਗ ਸੀਗੀ ਤੇ ਜਿਹੜੀ ਉਹਦੀ ਆਡੀਓ ਕੁਆਲਿਟੀ ਸੀਗੀ ਮੈਨੂੰ ਨਹੀਂ ਲੱਗਦਾ ਕਿ ਉਹ ਜੇਲ੍ਹ ਦੀ ਹੈ। ਜੇਲ੍ਹ ਦੇ ਤਾਂ ਬੈਕਗ੍ਰਾਉਂਡ ਨੋਇਸ ਹੀ ਇੰਨੀ ਹੁੰਦੀ। ਐਂਡ ਮੈਂ ਉਸ ਜੇਲ੍ਹ 'ਚ ਗਿਆ ਹੋਇਆ, ਮੈਂ ਉੱਥੇ ਵਿਜ਼ਿਟ ਕੀਤਾ ਹੋਇਆ। ਉੱਥੇ ਤੁਹਾਡਾ ਮੋਬਾਈਲ ਨੈਟਵਰਕ ਨਹੀਂ ਚੱਲਦੇ। ਗੈਂਗ ਵਾਰ ਨਹੀਂ ਹੈ ਇਹਦੇ ਵਿੱਚ, ਕੁਝ ਹੋਰ ਗੱਲ ਲਾਰੈਂਸ ਬਿਸ਼ਨੋਈ ਤੇ ਖਤਮ ਨਹੀਂ ਹੋ ਰਹੀ। ਇਹਦੇ ਵਿੱਚ ਡੈਫੀਨੇਟਲੀ ਹੋਰ ਥਿਊਰੀਜ਼ ਨੇ। ਜੋ ਦਾਅਵਾ ਕੀਤਾ ਜਾਂਦਾ ਹੈ ਕਿ ਪੂਰੀ ਤਿਆਰੀ ਦੇ ਨਾਲ ਉਹ ਗੈਂਗਸਟਰ ਆਏ ਹੋਏ ਸੀਗੇ, ਉਹਨਾਂ ਦੇ ਕੋਲ ਹੈਂਡ ਗ੍ਰਨੇਡ ਵੀ ਸੀ, ਉਹਨਾਂ ਕੋਲ AK-47 ਵੀ ਸੀ। ਹਾਂ, ਉਹਨਾਂ ਦਾ ਪਲਾਨ ਸੀਗਾ ਇਸ ਤੋਂ ਪਹਿਲਾਂ ਹੈਂਡ ਗ੍ਰਨੇਡ ਸੁੱਟਣ ਦਾ, ਪਰ ਉਸ ਟਾਈਮ ਨਹੀਂ ਉਹਨਾਂ ਕੋਲ। ਐਕਚੁਅਲੀ ਉਹਨਾਂ ਕੋਲ ਰਿਕਵਰੀ ਦਾ ਬਹੁਤ ਲੇਟ ਹੋਈ ਹੈ। ਸੋ ਉਹਨਾਂ ਨੇ ਜਿਹੜਾ ਜੋਗਿੰਦਰ ਸਿੰਘ ਜੋਗਾ ਨਾਂ ਦਾ ਬੰਦਾ ਸੀ ਜਿਸ ਨੇ ਉਹਨਾਂ ਨੂੰ ਵੈਪਨਸ ਦਿੱਤੇ ਨੇ, ਤੇ ਉਹੀ ਵੈਪਨ ਇਕੱਠੇ ਕਰਕੇ ਲੈ ਗਿਆ ਤੇ ਅੱਜ ਤੱਕ ਪਕੜਿਆ ਨਹੀਂ ਗਿਆ। ਤੁਹਾਡੀ ਉਹਨਾਂ ਦੇ ਪੇਰੈਂਟਸ ਨਾਲ ਗੱਲਬਾਤ ਹੋਈ ਹੈ, ਉਹ ਕਹਿੰਦੇ ਕਿ ਸਿੱਧੂ ਮੂਸੇਵਾਲੇ ਨੂੰ ਪਤਾ ਸੀ। ਹਾਂਜੀ, ਉਹ ਪ੍ਰੈਮੋਨੀਸ਼ਨ ਆਪਾਂ ਇਸ ਨੂੰ ਕਹਿ ਦਿੰਦੇ ਹੈਗੇ, ਜਿਹੜਾ ਉਹਨਾਂ ਦਾ ਗਾਣਾ ਵੀ ਹੈ ਲਾਸਟ ਰਾਈਡ। ਆਈ ਡੋਂਟ ਨੋ ਆਪਾਂ ਨੂੰ ਇਹ ਗੱਲ ਕਰਨੀ ਚਾਹੀਦੀ, ਪਰ ਮੈਨੂੰ ਲੱਗਦਾ ਕਿ ਕਿਤੇ ਕੁਝ ਸੋਲਸ ਨੂੰ ਪਤਾ ਹੁੰਦਾ ਕਿ ਮੇਰੀ ਲਾਈਫ ਬਹੁਤ ਛੋਟੀ ਹੈ। ਆਮ ਤੌਰ ਤੇ ਲੋਕ ਕਹਿੰਦੇ ਨੇ ਕਿ ਦੇਖੋ ਜੀ ਉਹਨੇ ਹਥਿਆਰਾਂ ਨੂੰ ਬਹੁਤ ਪ੍ਰਮੋਟ ਕੀਤਾ। ਹਰ ਕੋਈ ਪਹਿਲੇ ਦਿਨ ਤੋਂ ਇੰਟੈਲੈਕਚੁਅਲ ਨਹੀਂ ਹੁੰਦਾ। ਜਿਹੜਾ ਉਹਨਾਂ ਦਾ ਗਾਣਾ 295 ਹੈ, ਤੇ ਉਹ ਗਾਣਾ ਮੈਨੂੰ ਲੱਗ ਰਿਹਾ ਕਿ ਉਹ ਬਹੁਤ ਮੈਚੁਰ ਸੌਂਗ ਹੈਗਾ। ਸਿੱਧੂ ਮੂਸੇਵਾਲਾ ਜਿਵੇਂ ਤੁਹਾਡੇ ਸਵਾਲ ਦਾ ਉਸ ਮੋੜ ਤੇ ਆ ਚੁੱਕਿਆ ਸੀ, ਜਿਸ ਤੋਂ ਬਾਅਦ ਕਈਆਂ ਦੀਆਂ ਪਰਤਾਂ ਖੁੱਲ੍ਹਣੀਆਂ ਸੀ। ਜੇ ਆਪਣਾ ਕੋਈ ਨਵਾਂ ਹੀਰੋ ਇੱਥੇ ਪਲਾਂਟ ਕਰਨਾ ਹੈ ਪੰਜਾਬ ਦੇ, ਜੋ ਤੁਸੀਂ ਬਾਅਦ 'ਚ ਦੇਖਿਆ ਕਿ ਕੋਸ਼ਿਸ਼ ਕੀਤੀ ਗਈ, ਸੋ ਉਹ ਤੁਸੀਂ ਤਾਂ ਹੀ ਪਲਾਂਟ ਕਰੋਗੇ ਜੇ ਪਹਿਲਾ ਹੀਰੋ ਸੀਨ 'ਚੋਂ ਨਿਕਲੇਗਾ। ਇਹ ਸਟੇਟ ਦੇ ਲੈਵਲ ਤੋਂ ਬਾਹਰ ਦੀ ਗੱਲ ਹੈ। ਤੁਹਾਨੂੰ ਵੀ ਇਹ ਲੱਗਦਾ ਕਿ ਜਾਂਚ CBI ਤੋਂ ਹੋਣੀ ਚਾਹੀਦੀ? ਮੈਨੂੰ ਲੱਗਦਾ ਨਹੀਂ ਕਿ ਪੁਲਿਸ ਵੱਲੋਂ ਕੋਈ ਕਮੀ ਪੇਸ਼ੀ ਹੈ, ਪਰ ਪੋਲੀਟੀਕਲ ਵਿਲ ਦੀ ਕਮੀ ਪੇਸ਼ੀ ਹੈ। ਕਿ ਪੰਜਾਬੀ ਇੰਡਸਟਰੀ ਦੇ ਵੀ ਕੁਝ ਲੋਕ ਜੁੜੇ ਹੋ ਸਕਦੇ ਨੇ ਇਸ ਕਤਲकांड ਦੇ ਵਿੱਚ। ਉਹ ਪੇਰੈਂਟਸ ਤਾਂ ਬਹੁਤ ਸਟਰੋਂਗਲੀ ਬਿਲੀਵ ਕਰਦੇ ਨੇ ਇਸ ਗੱਲ। ਇਸ ਹੱਦ ਤੱਕ ਵੀ ਕੋਈ ਕਲਾਕਾਰ ਜਾ ਸਕਦਾ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਰਾ ਦਿੱਤਾ ਜਾਵੇ? ਮੇਰੇ ਖਿਆਲ ਜਾ ਸਕਦਾ ਹੈ, ਪਰ ਉਹ ਤਾਂ ਹੀ ਜਾਏਗਾ ਜੋ ਉਹਦੇ ਨਾਲ ਕਿਸੇ ਹੋਰ ਦੀ ਬੈਕਿੰਗ ਹੋਵੇ। ਭਾਵੇਂ ਗੋਲਡੀ ਬਰਾੜ ਹੋਵੇ, ਭਾਵੇਂ ਲਾਰੈਂਸ ਬਿਸ਼ਨੋਈ ਹੋਵੇ, ਉਹ ਦੋਵੇਂ ਮੰਨ ਰਹੇ ਨੇ ਕਿ ਇਹ ਸਾਡਾ ਕੰਮ ਹੈ। ਇਸ ਤੋਂ ਬਾਅਦ ਵੀ ਤੁਸੀਂ ਸਵਾਲ ਕਿਉਂ ਚੁੱਕ ਰਹੇ ਹੋ ਕਿ ਨਹੀਂ ਇਹਦੇ ਪਿੱਛੇ ਕੁਝ ਹੋਰ ਵੀ ਹੋ ਸਕਦਾ? ਅਸਲ 'ਚ ਕੁਐਸਚਨ ਇਹ ਹੈ, ਜਿਹੜਾ ਬੰਦਾ ਆਪਣੇ ਆਪ ਹੀ ਕਹਿ ਰਿਹਾ ਕਿ ਮੈਂ ਕੀਤਾ ਹੈ, ਉਹ ਚਾਹੁੰਦਾ ਹੈ ਕਿ ਇਨਵੈਸਟੀਗੇਸ਼ਨ ਮੇਰੇ ਤੋਂ ਅੱਗੇ ਜਾਵੇ। ਸਵਾਗਤ ਹੈ PTC ਨਿਊਜ਼ ਵਿਸਥਾਰ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਵਿਚਾਰ ਤਕਰਾਰ। ਇੱਕ ਅਹਿਮ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸਿੱਧੂ ਮੂਸੇਵਾਲਾ ਜੋ ਕਿ ਕਿਸੇ ਵੀ ਪਹਿਚਾਣ ਦਾ ਮੁਹਤਾਜ ਨਹੀਂ ਹੈ। ਆਮ ਤੌਰ ਤੇ ਹੁੰਦਾ ਕੀ ਹੈ, ਜਦੋਂ ਵੀ ਆਪਾਂ ਕਹਿੰਦੇ ਹਾਂ ਕਿ ਸਿੰਗਰਸ ਦੀ ਜਿਹੜੀ ਉਮਰ ਹੁੰਦੀ ਹੈ ਉਹ ਬਹੁਤ ਘੱਟ ਹੁੰਦੀ ਹੈ। ਉਮਰ ਦਾ ਮਤਲਬ ਕਿ ਲਾਈਮਲਾਈਟ ਦੇ ਵਿੱਚ ਰਹਿਣਾ, ਲੋਕਾਂ ਦੇ ਜ਼ਿਹਨ ਦੇ ਵਿੱਚ ਰਹਿਣਾ, ਆਪਣੀ ਗਾਇਕੀ ਦੇ ਨਾਲ ਲੋਕਾਂ ਦੀ ਪਸੰਦ ਬਣੇ ਰਹਿਣਾ, ਉਹ ਉਮਰ ਜਿਹੜੀ ਹੁੰਦੀ ਹੈ ਉਹ ਬੜੀ ਛੋਟੀ ਹੁੰਦੀ ਹੈ। ਸ਼ਾਇਦ ਹੀ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਕੋਈ ਅਜਿਹਾ ਵਿਰਲਾ ਹੀ ਕੋਈ ਸਿੰਗਰ ਹੁੰਦਾ ਜਿਹੜਾ ਆਪਣੇ ਜਿਉਂਦੇ ਜੀ ਤਾਂ ਮਸ਼ਹੂਰ ਸੀਗਾ, ਪਰ ਆਪਣੇ ਮਰਨ ਤੋਂ ਬਾਅਦ ਉਸ ਤੋਂ ਵੀ ਵੱਧ ਮਸ਼ਹੂਰ ਹੋ ਗਿਆ। ਕਦੇ ਤੁਸੀਂ ਸੁਣਿਆ ਕਿ ਕਿਸੇ ਦੇ ਸੋਸ਼ਲ ਅਕਾਊਂਟਸ ਜਿਹੜੇ ਹੁੰਦੇ ਨੇ ਉਹਨਾਂ ਦੇ ਫੋਲੋਅਰਸ ਮਿਲੀਅਨਸ ਦੇ ਵਿੱਚ ਹੁੰਦੇ ਨੇ, ਪਰ ਉਹ ਇਸ ਦੁਨੀਆ ਤੋਂ ਜਦੋਂ ਚਲਾ ਜਾਂਦਾ ਉਹ ਮਿਲੀਅਨਸ ਤੋਂ ਕਿਤੇ ਗੁਣਾ ਵੱਧ ਜਾਂਦੇ ਨੇ। ਪਰ ਇਹ ਹੋਇਆ ਸਿੱਧੂ ਮੂਸੇਵਾਲਾ ਜਦੋਂ ਜਿਉਂਦਾ ਸੀ ਉਦੋਂ ਵੀ ਅੰਤਰਰਾਸ਼ਟਰੀ ਪਛਾਣ ਬਣੀ, ਪਰ ਜਦੋਂ ਉਸਦੀ ਦਰਦਨਾਕ ਮੌਤ ਹੁੰਦੀ ਹੈ ਉਸ ਤੋਂ ਬਾਅਦ ਉਸਦੀ ਪਛਾਣ ਹੋਰ ਜ਼ਿਆਦਾ ਵੱਧ ਗਈ। ਲੋਕਾਂ ਦੇ ਵਿੱਚ ਕਿਉਰਿਓਸਿਟੀ ਪੈਦਾ ਹੋ ਗਈ। ਗੂਗਲ ਦੇ ਵਿੱਚ ਸਰਚ ਕੀਤਾ ਜਾਣ ਲੱਗਾ ਕਿ ਉਹ ਸਿੱਧੂ ਮੂਸੇਵਾਲਾ ਕੌਣ ਸੀ ਜਿਹਦੀ ਪੂਰੀ ਦੁਨੀਆ ਦੇ ਵਿੱਚ ਚਰਚਾ ਹੋ ਰਹੀ ਹੈ। ਸੋ ਇਸ ਕਿਉਰਿਓਸਿਟੀ ਨੂੰ ਘਟਾਉਣ ਦੇ ਲਈ ਉਹ ਕਿ ਸਿੱਧੂ ਮੂਸੇਵਾਲਾ ਦਾ ਮਰਡਰ ਕਿਵੇਂ ਹੋਇਆ, ਕਿਹੜੇ ਉਹ ਤਾਰ ਉਲਝੇ, ਕਿੱਥੇ ਇਹ ਸਾਰਾ ਕੁਝ ਹੋਇਆ,
ਕਿਉਂ ਹੋਇਆ, ਇਸ ਦੇ ਪਿੱਛੇ ਕੌਣ-ਕੌਣ ਸੀਗਾ, ਇਹ ਸਾਰੀਆਂ ਚੀਜ਼ਾਂ ਦਾ ਸਵਾਲਾਂ ਦਾ ਜਵਾਬ ਦੇਣ ਦੇ ਲਈ ਇੱਕ ਕਿਤਾਬ ਜਿਹੜੀ ਇੱਕ ਅਹਿਮ ਰਾਈਟਰ ਵੱਲੋਂ ਲਿਖੀ ਗਈ ਹੈ ਹੁਣ ਮਾਰਕੀਟ ਦੇ ਵਿੱਚ ਆ ਗਈ ਹੈ। ਉਸ ਕਿਤਾਬ ਨੂੰ ਪੜ੍ਹ ਕੇ ਤੁਹਾਡੇ ਬਹੁਤ ਸਾਰੇ ਤੋਖਲੇ, ਬਹੁਤ ਸਾਰੇ ਸਵਾਲ ਨੇ ਜਿਹੜੇ ਉਹ ਆਪੋ ਆਪ ਦੇ ਵਿੱਚ ਹੱਲ ਹੋ ਜਾਣਗੇ। ਇਸ ਕਿਤਾਬ ਦਾ ਨਾਮ ਹੈ ਹੂ ਕਿਲਡ ਮੂਸੇਵਾਲਾ। ਇਹ ਉਹ ਬੁੱਕ ਹੈਗੀ ਹੈ ਜਿਹੜੀ ਮਾਰਕੀਟ ਦੇ ਵਿੱਚ ਅਵੇਲੇਬਲ ਹੈਗੀ ਹੈ, ਆਨਲਾਈਨ ਸਟੋਰਸ ਦੇ ਵਿੱਚ ਵੀ ਅਵੇਲੇਬਲ ਹੈਗੀ ਹੈ, ਹਰੇਕ ਬੁੱਕ ਸਟੋਰ ਤੇ ਤੁਹਾਨੂੰ ਇਹ ਕਿਤਾਬ ਮਿਲ ਜਾਏਗੀ ਔਰ ਜਲਦੀ ਹੀ ਇਸ ਇੰਗਲਿਸ਼ ਬੁੱਕ ਦਾ ਤਰਜਮਾ 12 ਭਾਸ਼ਾਵਾਂ ਦੇ ਵਿੱਚ ਹੋਣ ਵਾਲਾ ਜਿਹੜਾ ਕਿ ਜਲਦੀ ਬੁੱਕ ਸਟੋਰ ਤੇ ਅਵੇਲੇਬਲ ਹੋਏਗਾ। ਔਰ ਇਸ ਦੇ ਰਾਈਟਰ ਕੌਣ ਨੇ, ਤੁਹਾਨੂੰ ਸੁਣ ਕੇ ਖੁਸ਼ੀ ਹੋਏਗੀ ਕਿਉਂਕਿ ਉਹ ਰਾਈਟਰ ਨੇ ਜਿਨ੍ਹਾਂ ਦੀ ਕਿਤਾਬਾਂ ਅਸੀਂ ਵੀ ਪੜ੍ਹਦੇ ਰਹਿੰਦੇ ਹਾਂ, ਜਿਨ੍ਹਾਂ ਦੀ ਕਿਤਾਬਾਂ ਬਹੁਤ ਮਸ਼ਹੂਰ ਹੋਈਆਂ, ਪਪੂਲਰ ਹੋਈਆਂ। ਜੁਪਿੰਦਰਜੀਤ ਸਿੰਘ ਸਾਡੇ ਨਾਲ ਮੌਜੂਦ ਨੇ। ਬਹੁਤ-ਬਹੁਤ ਸਵਾਗਤ ਹੈ ਜੁਪਿੰਦਰ ਜੀ, ਇੱਕ ਵਾਰ ਫਿਰ ਤੋਂ ਤੁਹਾਡਾ। ਜੁਪਿੰਦਰਜੀਤ ਹੁਣ ਤੱਕ 5 ਕਿਤਾਬਾਂ ਲਿਖ ਚੁੱਕੇ, 6ਵੀਂ ਕਿਤਾਬ ਹੈ ਜੀ? 6ਵੀਂ ਕਿਤਾਬ ਹੈ ਇਹਨਾਂ ਦੀ ਔਰ ਬਹੁਤ ਮਸ਼ਹੂਰ ਰਹੀਆਂ ਇਹਨਾਂ ਦੀਆਂ ਕਿਤਾਬਾਂ। ਭਗਤ ਸਿੰਘ ਦੀ ਪਿਸਤੌਲ ਤੋਂ ਲੈ ਕੇ ਜੱਸੀ ਮਿੱਠੂ ਦੀ ਜਿਹੜੀ ਸਟੋਰੀ ਹੈ, ਜੱਸੀ ਮਿੱਠੂ ਨੂੰ ਕੋਈ ਜਾਣਦਾ ਨਹੀਂ ਸੀ, ਜੁਪਿੰਦਰਜੀਤ ਨੇ ਉਹਨਾਂ ਨੂੰ ਅਜਿਹੇ ਸਫ਼ਿਆਂ ਦੇ ਵਿੱਚ ਲੈ ਕੇ ਆਂਦਾ ਕਿ ਅੱਜ ਉਹਨਾਂ ਤੇ ਇੱਕ ਹਾਲੀਵੁੱਡ ਦੇ ਵਿੱਚ ਮੂਵੀ ਬਣ ਰਹੀ ਹੈ। ਇੱਥੋਂ ਤੁਸੀਂ ਮਕਬੂਲੀਅਤ ਸਮਝ ਸਕਦੇ ਹੋ ਕਿ ਇੱਕ ਰਾਈਟਰ ਜਦੋਂ ਆਪਣੀ ਕਲਮ ਦੇ ਨਾਲ ਲਿਖਦਾ ਤਾਂ ਲਿਖਤ ਕਿੱਥੇ ਤੱਕ ਜਾਂਦੀ ਹੈ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜੋ ਸਿੱਧੂ ਮੂਸੇਵਾਲੇ ਨਾਲ ਜਸਟੀਫਾਈਡ ਹੋ ਸਕਦਾ ਸੀ ਉਹ ਕੇਸ, ਉਹ ਸ਼ਾਇਦ ਜੁਪਿੰਦਰਜੀਤ ਤੋਂ ਵਧੀਆ ਕੋਈ ਨਹੀਂ ਕਰ ਸਕਦਾ ਸੀ। ਬਹੁਤ-ਬਹੁਤ ਸਵਾਗਤ ਹੈ ਜੁਪਿੰਦਰ ਜੀ। ਜੁਪਿੰਦਰਜੀਤ ਇੱਕ ਲੇਖਕ ਤਾਂ ਹੈ ਹੀ ਨੇ, ਦਾ ਟ੍ਰਿਬਿਊਨ ਅਦਾਰੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ। ਬਹੁਤ ਸਾਰੀਆਂ ਇਹਨਾਂ ਨੇ ਕਿਤਾਬਾਂ, ਬਹੁਤ ਸਾਰੀਆਂ ਹੋਰ ਜਿਹੜੀਆਂ ਰਿਪੋਰਟਸ ਨੇ ਉਹ ਅਸੀਂ ਦੇਖਦੇ ਰਹਿੰਦੇ ਹਾਂ। ਸਭ ਤੋਂ ਪਹਿਲਾ ਸਵਾਲ ਜੁਪਿੰਦਰਜੀਤ, ਸਿੱਧੂ ਮੂਸੇਵਾਲਾ ਹੀ ਕਿਉਂ? ਹੋਰ ਵੀ ਬਹੁਤ ਸਾਰੇ ਟੌਪਿਕ ਨੇ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਲਗਭਗ 1 ਸਾਲ ਹੋ ਚੱਲਿਆ। ਮੈਨੂੰ ਲੱਗਦਾ ਹੈ ਕਿ ਜਦੋਂ ਵੀ ਕੋਈ ਘਟਨਾ ਹੁੰਦੀ ਹੈ ਤਾਂ ਉਸ ਘਟਨਾ ਬਾਰੇ ਸਮਝਣਾ, ਘੋਖਣਾ ਥੋੜਾ ਟਾਈਮ ਲੱਗਦਾ। ਜਦੋਂ ਉਹਦੀ ਡੈਥ ਹੋ ਗਈ ਉਸ ਤੋਂ ਬਾਅਦ ਥੋੜਾ ਜਿਹਾ ਤਾਂ ਤੁਹਾਨੂੰ ਟਾਈਮ ਲੱਗਿਆ ਹੋਣਾ ਕਿ ਕਿਤਾਬ ਲਿਖੀਏ ਨਾ ਲਿਖੀਏ, ਸੋਚੀ। 1 ਸਾਲ ਦੇ ਪੂਰੇ ਟਨਿਓਰ ਦੇ ਵਿੱਚ ਤੁਸੀਂ ਸੋਚ ਵੀ ਲਿਆ, ਰਿਸਰਚ ਵੀ ਕਰ ਲਈ, ਕਿਤਾਬ ਵੀ ਲਿਖਤੀ, ਛਪ ਵੀ ਗਈ, ਲੋਕਾਂ ਤੱਕ ਪਹੁੰਚ ਵੀ ਗਈ। 1 ਸਾਲ ਦੇ ਦਾਇਰੇ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਕੰਮ ਹੋ ਗਿਆ, ਜਸਟੀਫਾਈਡ ਕੰਮ ਹੋਇਆ? ਹਾਂਜੀ, ਮੇਰੇ ਵੱਲੋਂ ਕਾਫੀ ਮਿਹਨਤ ਕੀਤੀ ਗਈ ਹੈ, ਮੇਰੇ ਪਬਲਿਸ਼ਰ ਵੱਲੋਂ ਵੀ ਮਿਹਨਤ ਕੀਤੀ ਗਈ ਹੈ। ਇਹ ਕਿਤਾਬ ਦੀ ਬਹੁਤ ਲੋੜ ਸੀ ਬਿਕੋਜ਼ ਮੂਸੇਵਾਲਾ ਜੀ ਬਾਰੇ ਬਹੁਤ ਕੁਝ, ਬਹੁਤ ਥਿਊਰੀਜ਼ ਨੇ। ਮੂਸੇਵਾਲਾ ਐਜ਼ ਸਿੰਗਰ ਨੂੰ ਬਹੁਤ ਲੋਕ ਜਾਣਦੇ ਨੇ, ਮੂਸੇਵਾਲਾ ਪੋਲੀਟੀਸ਼ੀਅਨ ਨੂੰ ਸ਼ਾਇਦ ਲੋਕ ਜਾਣਦੇ ਹਨ, ਪਰ ਮੂਸੇਵਾਲਾ ਐਜ਼ ਅ ਹਿਊਮਨ ਬੀਇੰਗ ਕਿੱਦਾਂ ਦੇ ਸੀ, ਇਹ ਅਸੀਂ ਕੋਸ਼ਿਸ਼ ਕੀਤੀ ਇਸ ਕਿਤਾਬ ਦੇ ਵਿੱਚ ਲੈ ਕੇ ਆਉਣ ਨੂੰ। ਪਰ ਮੇਨਲੀ ਇਹ ਇੱਕ ਕ੍ਰਾਈਮ ਰਿਪੋਰਟਰ ਦਾ ਅਕਾਊਂਟ ਹੈ। ਉਹਨਾਂ ਦੇ ਮਰਡਰ ਵਾਲੇ ਦਿਨ ਤੋਂ ਲੈ ਕੇ 29 ਮਈ ਤੋਂ ਲੈ ਕੇ ਇਹ ਲੇਟੈਸਟ ਮਾਰਚ ਅਪ੍ਰੈਲ ਤੱਕ ਦੇ, ਇਨਫੈਕਟ ਮੈਂ ਤਾਂ ਕਹਾਂਗਾ ਜੀ ਕਿ 15 ਅਪ੍ਰੈਲ ਤੱਕ ਦਾ ਜੋ ਹੋਇਆ ਉਸ ਉੱਪਰ ਸਾਰਾ ਲਿੱਤਾ। ਮੇਰਾ ਤੇ ਮੇਰੇ ਪਬਲਿਸ਼ਰ ਵੈਸਟਲੈਂਡ ਬੁੱਕਸ ਦਾ, ਉਹਨਾਂ ਦਾ ਇਰਾਦਾ ਸੀ ਕਿ ਕੁਇਕ ਬੁੱਕ ਕੀਤੀ ਜਾਵੇ। ਸਾਡਾ ਇਨੀਸ਼ੀਅਲ ਡੈਡਲਾਈਨ ਸਿਰਫ 3 ਮੰਥਸ ਦੀ ਸੀ, ਜਿਹਦੇ 'ਚ ਅਸੀਂ ਸਿਰਫ ਉਹਨਾਂ ਦੇ ਸੌਂਗਸ ਬਾਰੇ ਅਤੇ ਜੋ ਵੀ ਪੁਲਿਸ ਇਨਵੈਸਟੀਗੇਸ਼ਨ ਸੀ ਉਹਦੇ ਬਾਰੇ। ਪਰ ਇਸ ਕੇਸ ਦੇ ਇੰਨੇ ਜ਼ਿਆਦਾ ਲੇਅਰਸ ਨੇ ਐਂਡ ਹਰ ਵਾਰ ਕੋਈ ਨਵੀਂ ਡਿਵੈਲਪਮੈਂਟ ਹੈ, ਕੋਈ ਨਵੀਂ ਗੱਲ ਬਾਹਰ ਆ ਰਹੀ ਹੈ, ਬੜੇ ਜ਼ਿਆਦਾ ਸਵਾਲ ਉੱਠ ਕੇ ਆ ਰਹੇ ਨੇ ਜਿਨ੍ਹਾਂ ਦਾ ਹਜੇ ਤੱਕ ਜਵਾਬ ਨਹੀਂ ਆਇਆ। ਮੇਰੀ ਕ੍ਰਾਈਮ ਰਿਪੋਰਟਿੰਗ ਦਾ ਮੈਨੂੰ 20 ਸਾਲ ਤੋਂ ਉੱਪਰ ਦਾ ਐਕਸਪੀਰੀਅੰਸ ਹੈ। ਹਰ ਕ੍ਰਾਈਮ ਕਿਸੇ ਨਾ ਕਿਸੇ ਫੈਮਿਲੀ ਨੂੰ ਡਿਸਟਰਬ ਕਰਦਾ ਹੈ, ਰਿਪੋਰਟਰ ਨੂੰ ਵੀ ਕਰਦਾ ਹੈ, ਤੁਸੀਂ ਵੀ ਐਨੇ ਸੀਨੀਅਰ ਜਰਨਲਿਸਟ ਹੋ। ਐਬਸੋਲੂਟਲੀ। ਤੇ ਕੁਝ ਕ੍ਰਾਈਮ ਐਦਾਂ ਦੇ ਹੁੰਦੇ ਨੇ ਜਿਹੜੇ ਕਿ ਤੁਹਾਡੇ ਸਿਸਟਮ ਦੇ ਉੱਤੇ ਇੱਕ ਸਵਾਲ ਖੜਾ ਕਰਦੇ ਨੇ, ਜਿਹੜੇ ਸਪਰ ਆਫ ਦੀ ਮੂਵਮੈਂਟ ਦੇ ਕ੍ਰਾਈਮ। ਤੁਹਾਨੂੰ ਲੱਗਦਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਸਿਸਟਮ ਤੇ ਸਵਾਲ ਚੁੱਕਦਾ? ਬਹੁਤ ਜ਼ਿਆਦਾ, ਬਹੁਤ ਵੱਡਾ ਸਵਾਲ ਚੁੱਕਦਾ, ਕਿਉਂਕਿ ਇਹ ਪ੍ਰੀ ਮੈਡੀਟੇਟਿਡ ਕ੍ਰਾਈਮ ਹੈ। ਇਹਦੇ ਵਿੱਚ 60 ਬੰਦਿਆਂ ਦੀ ਸ਼ਮੂਲੀਅਤ ਹੈ, ਜਿਹਦੇ ਵਿੱਚੋਂ ਕਿ 31 ਨੂੰ ਹੀ ਚਾਰਜਸ਼ੀਟ ਕੀਤਾ ਗਿਆ ਬਿਕੋਜ਼ ਜਿੰਨੇ ਜ਼ਿਆਦਾ ਐਕਿਊਜ਼ ਨੂੰ ਪੁਲਿਸ ਲੈ ਕੇ ਆਏਗੀ ਉਹਨਾਂ ਨੂੰ ਹੀ ਮੁਸ਼ਕਿਲ ਹੈ ਉਹਨਾਂ ਨੂੰ ਪ੍ਰੂਵ ਕਰਨਾ। ਇਹਦੇ ਵਿੱਚੋਂ 31 ਵਿੱਚੋਂ 25 ਅਰੈਸਟ ਨੇ, 2 ਨੂੰ ਪੁਲਿਸ ਐਨਕਾਊਂਟਰ 'ਚ ਮਾਰਿਆ ਗਿਆ, 4 ਇੰਡੀਆ ਤੋਂ ਬਾਹਰ ਨੇ ਜਿਹੜੇ ਪਕੜੇ ਨਹੀਂ ਗਏ। ਐਂਡ ਸੋ ਇਹ ਇੰਨਾ ਜ਼ਿਆਦਾ ਦਿਲ ਦਹਿਲਾਨ ਦੇਣ ਵਾਲਾ ਮਰਡਰ ਸੀਗਾ। ਇੱਕ ਜਵਾਨ ਲੜਕਾ ਹੈ ਤੇ ਵਿਆਹ ਤੋਂ ਕੁਝ ਦੇਰ ਪਹਿਲਾਂ ਜੀ ਆਪਣੇ। ਚਲੋ ਆਪਾਂ ਇੱਕ ਹੀ ਕਰਕੇ ਹੁਣ ਕਿਤਾਬ ਤੇ ਚਰਚਾ ਕਰਦੇ ਹਾਂ। ਇਸ ਕਿਤਾਬ ਨੂੰ ਲਿਖਣ ਤੋਂ ਪਹਿਲਾਂ ਤੁਸੀਂ ਯਕੀਨਨ ਤੌਰ ਤੇ ਇੰਟਰਵਿਊਜ਼ ਕੀਤੀਆਂ ਹੋਣੀਆਂ। ਸਿੱਧੂ ਮੂਸੇਵਾਲੇ ਦੇ ਕਿਹੜੇ ਖਾਸ ਉਹ ਸ਼ਖਸ ਸੀਗੇ ਜਿਹੜੇ ਉਹਦੀ ਜ਼ਿੰਦਗੀ ਦੇ ਨੇੜੇ ਤੇੜੇ ਸੀਗੇ ਜਿਨ੍ਹਾਂ ਨੂੰ ਤੁਸੀਂ ਇੰਟਰਵਿਊ ਕੀਤਾ? ਹਾਂ, ਇਹਨਾਂ ਦੇ ਲਈ ਉਹਨਾਂ ਦੇ ਫਰੈਂਡ ਨੇ ਅਰਸ਼ਦੀਪ, ਜਿਹੜੇ ਉਹਨਾਂ ਨਾਲ ਸਕੂਲ 'ਚ ਜਾਂਦੇ ਸੀਗੇ ਤੇ ਉਹ ਛੋਟੇ ਸੀ ਉਹਨਾਂ ਤੋਂ 1 ਸਾਲ, ਉਹਨਾਂ ਨਾਲ ਕਬੱਡੀ ਖੇਲਦੇ ਰਹੇ। ਫਿਰ ਜਿਨ੍ਹਾਂ ਤੋਂ ਉਹਨਾਂ ਨੇ ਮਿਊਜ਼ਿਕ ਸਿੱਖਿਆ, ਹਰਵਿੰਦਰ ਰੱਤੂ, ਮੈਂ ਉਹਨਾਂ ਨਾਲ ਵੀ ਗੱਲ ਕੀਤੀ, ਉਹਨਾਂ ਦੇ ਪੇਰੈਂਟਸ ਨੂੰ ਵੀ ਮਿਲਿਆ, ਉਹਨਾਂ ਦੇ ਮਾਂ-ਬਾਪ ਨੂੰ। ਹਾਂਜੀ, ਉਹਨਾਂ ਨੂੰ ਮਿਲਿਆ ਪਰ ਉਹ ਬਹੁਤ ਜ਼ਿਆਦਾ ਬਿਜ਼ੀ ਸੀਗੇ। ਸੋ ਮੈਂ ਬੇਸਿਕਲੀ ਇਸ ਬੁੱਕ ਦੇ ਵਿੱਚ ਜਿਨ੍ਹਾਂ ਨੂੰ ਵੀ ਮਿਲ ਸਕਿਆ ਮੈਂ ਮਿਲਿਆ, ਪੁਲਿਸ ਆਫਿਸਰ ਸਾਰਿਆਂ ਨੂੰ ਮੈਂ ਮਿਲਿਆ
ਚਾਹੇ ਉਹ ਦਿੱਲੀ ਨੇ, ਚਾਹੇ ਉਹ ਪੰਜਾਬ ਦੇ ਵਿੱਚ ਨੇ, ਕੁਛ ਜਿਹੜੇ ਹੋਰ ਆਪਣੀ ਸਿਕਿਉਰਿਟੀ ਏਜੰਸੀਜ਼ ਵਿੱਚ ਹੈ ਉਹਨਾਂ ਨਾਲ ਵੀ ਮੈਂ ਗੱਲਬਾਤ ਕੀਤੀ ਹੈ। ਮੇਰੀ ਜਿਹੜੇ ਗੈਂਗਸਟਰਸ ਨੇ ਮੈਂ ਉਹਨਾਂ ਦੀ ਵੀ ਲਾਈਫ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਇਹ ਕਿਉਂ ਕੀਤਾ ਤੇ ਉਹਨਾਂ ਨੂੰ ਕਿੰਨੇ ਪੈਸੇ ਮਿਲੇ। ਮੈਂ ਬਿਲੀਵ ਕਰਦਾ ਕਿ ਜੇ ਕੋਈ ਕ੍ਰਿਮੀਨਲ ਹੈ ਤਾਂ ਉਸਨੂੰ ਸਿਸਟਮ ਕ੍ਰਿਮੀਨਲ ਬਣਾਉਂਦਾ ਹੈ, ਤਾਂ ਉਹਨਾਂ ਨੇ ਕਿਉਂ ਕੀਤਾ, ਇੰਨੀ ਕੀ ਰਾਈਵਲਰੀ ਸੀ, ਜਾਂ ਇਹ ਸਿਰਫ ਗੈਂਗ ਵਾਰ ਹੀ ਸੀਗੀ, ਜਾਂ ਇਹਦੇ ਵਿੱਚ ਕੁਝ ਹੋਰ ਅੱਗੇ ਬਹੁਤ ਇਨਫਲੂਐਂਸ਼ੀਅਲ ਬੰਦੇ ਇਨਵੋਲਵ ਨੇ। तो ये सारा कुछ किया है एंड बहुत कुछ अवेलेबल भी है, पर वो बिल्कुल इदां दा अवेलेबल है कि सरफेस ते है, हाँ ਡੀਪ ਨਹੀਂ ਹੈ, ਕੁਝ ਡੀਪ ਨਹੀਂ ਹੈ। ਸੋ ਇਸ ਬੁੱਕ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਡੀਪ ਜਾਣ ਦੀ। ਜਪਿੰਦਰ ਜੀ, ਜੋ ਤੁਸੀਂ ਇਸ ਕਿਤਾਬ ਨੂੰ ਲਿਖਿਆ, ਜਦੋਂ ਤੁਸੀਂ ਸਾਰੀ ਪੜਤਾਲ ਕੀਤੀ, ਕੀ ਇਹ ਗੱਲ ਬਿਲਕੁਲ ਸੱਚ ਸਾਬਤ ਹੁੰਦੀ ਹੈ ਕਿ ਇਸ ਦੇ ਪਿੱਛੇ ਇੱਕ ਲੰਬੀ ਵਿਉਂਤਬੰਦੀ ਕੀਤੀ ਗਈ? ਇਹ ਇਦਾਂ ਨਹੀਂ ਹੈ ਕਿ ਰਾਤੋਂ ਰਾਤ ਪਲਾਨ ਕੀਤਾ, ਸਵੇਰੇ ਉੱਠੇ ਤੇ ਆਪਾਂ ਮਰਡਰ ਕਰ ਦਿੱਤਾ, ਕਿ ਵਾਕਈ ਇਹਦੀ ਇੱਕ ਲੰਬੀ ਪਲੈਨਿੰਗ ਚੱਲਦੀ ਰਹੀ ਸੀ? Yeah, of course, ਇਸ ਦੇ ਵਿੱਚ ਪ੍ਰੀ ਮੈਡੀਟੇਟਡ ਐਂਡ ਪ੍ਰੋਪਰਲੀ ਆਰਗੇਨਾਈਜ਼ਡ ਕ੍ਰਾਈਮ ਹੈ। ਇਸ ਤੇ ਮੂਸੇਵਾਲਾ ਦੇ ਉੱਤੇ ਇਸ ਤੋਂ ਪਹਿਲਾਂ ਵੀ ਕਈ ਵਾਰ ਪਲੈਨਿੰਗ ਹੋਈ ਹੈ ਤੇ 2-3 ਵਾਰੀ ਅਟੈਂਪਟ ਵੀ ਹੋਏ ਸੀਗੇ, ਪਰ ਉਹ ਸਕਸੈਸਫੁਲ ਨਹੀਂ ਸੀ। ਐਤਕੀ ਜਦੋਂ ਹਾਲਾਂਕਿ ਪੰਜਾਬ ਗਵਰਨਮੈਂਟ ਇਸ ਗੱਲ ਨੂੰ ਨਹੀਂ ਮੰਨਦੀ, ਪਰ ਜਿਹੜੀ ਉਹਨਾਂ ਦੀ ਸਿਕਿਉਰਿਟੀ ਪ੍ਰੂਵ ਕਰਨਾ ਹੈਗਾ ਉਹ ਇੱਕ ਬਹੁਤ ਵੱਡਾ ਇਹਦੇ ਵਿੱਚ ਫੈਕਟਰ ਹੈਗਾ। ਹਾਂ, ਅਤੇ ਹਜੇ ਵੀ ਉਹ ਜਿਹੜੀ ਕੰਟਰੋਵਰਸੀ ਹੈ ਉਹ ਚੱਲ ਰਹੀ ਹੈ, ਤੇ ਇਹ ਸਵਾਲ ਵੀ ਮੈਂ ਕਿਤਾਬ ਮੈਂ ਇਸ ਗੱਲ ਨੂੰ ਥੋੜਾ ਜਿਹਾ ਤੋੜਨਾ ਚਾਹੁੰਦਾ। ਮੈਂ ਕਿਤੇ FIR ਦੇ ਵਿੱਚ ਵੀ ਇਹ ਪੜ੍ਹਿਆ ਕਿ ਉਸ FIR ਦੇ ਵਿੱਚ ਵੀ ਇਹ ਲਿਖਿਆ ਗਿਆ ਕਿ ਜਦੋਂ ਇਹ ਪਤਾ ਲੱਗਿਆ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਘਟਾ ਦਿੱਤੀ ਗਈ ਹੈ, ਉਸ ਗੱਲ ਨੂੰ ਇੱਕ ਆਧਾਰ ਬਣਾਇਆ ਗਿਆ ਕਿ ਹੁਣ ਦਿਸ ਇਜ਼ ਦਾ ਰਾਈਟ ਟਾਈਮ ਕਿ ਅਸੀਂ ਅਟੈਕ ਕਰ ਸਕਦੇ। ਬਿਲਕੁਲ, ਇਹ ਤਾਂ ਗੋਲਡੀ ਬਰਾੜ ਨੇ ਆਪਣੀ ਇੰਟਰਵਿਊ ਵਿੱਚ ਕਿਹਾ ਹੈ, ਇੱਕ ਵਾਰੀ ਨਹੀਂ ਉਹਨੇ 2-3 ਵਾਰੀ ਕਿਹਾ ਹੈ, ਤੇ ਲਾਰੈਂਸ ਬਿਸ਼ਨੋਈ ਨੇ ਵੀ ਕਿਹਾ ਕਿ ਜਦੋਂ ਇਹ ਸਿਕਿਉਰਿਟੀ ਪ੍ਰੂਵ ਹੋਈ ਤਾਂ ਸਾਨੂੰ ਇੱਕ ਵਿੰਡੋ ਦਿਖ ਗਈ, ਬਿਕੋਜ਼ ਜੇ ਪ੍ਰੂਵ ਹੋਈ ਹੈ ਤਾਂ ਰਿਸਟੋਰ ਵੀ ਹੋ ਸਕਦੀ ਹੈ, ਜਿਹਦੇ ਕਿ ਪੂਰੇ ਚਾਂਸ ਸੀਗੇ ਮੂਸੇਵਾਲਾ ਦੀ ਸਿਕਿਉਰਿਟੀ ਰਿਸਟੋਰ ਕੀਤੇ ਜਾਏਗੀ, ਬਿਕੋਜ਼ ਜਿਹੜੇ ਪੁਲਿਸ ਡਿਪਾਰਟਮੈਂਟ ਹੈ ਉਹ ਇਸ ਨੂੰ ਕਹਿੰਦਾ ਰਿਹਾ ਕਿ ਮੂਸੇਵਾਲਾ ਨੂੰ ਸਿਕਿਉਰਿਟੀ ਦਿੱਤੀ ਜਾਣੀ ਚਾਹੀਦੀ ਹੈ। ਸੋ ਇੱਕ ਵਿੰਡੋ ਸੀਗਾ ਜਿਸ ਦਾ ਉਹਨਾਂ ਨੇ ਯੂਜ਼ ਕੀਤਾ। ਰੈਕੀ ਉਹ ਕਰ ਰਹੇ ਸੀਗੇ, ਰੈਕੀ ਉਹ ਕਰਦੇ ਰਹੇ ਨੇ, ਇਸ ਤੋਂ ਪਹਿਲਾਂ ਵੀ ਕਰਦੇ ਰਹੇ ਨੇ। ਜਿਹੜਾ ਉਹ ਕੇਕੜਾ ਨਾਂ ਦਾ ਬੰਦਾ ਹੈਗਾ ਉਹ 4-5 ਦਿਨ ਪਹਿਲਾਂ ਉੱਥੇ ਸੀਗਾ, ਉਹ ਆਲਰੇਡੀ ਔਨ ਸੀ। ਇਹ ਇੱਕ ਓਪਰਚੁਨਿਟੀ ਬਣ ਗਈ। ਅੱਛਾ, ਇੱਕ ਗੱਲ ਦੱਸੋ, ਇਸ ਗੱਲ ਦੇ ਵਿੱਚ ਕੋਈ ਸੱਚਾਈ ਹੈ ਕਿ ਇਹ ਮਰਡਰ ਜਿਹੜਾ ਹੋਇਆ ਇਹ ਇੱਕ ਗੈਂਗ ਵਾਰ ਦਾ ਨਤੀਜਾ ਸੀਗਾ? ਇਹ ਵੀ ਦਾਅਵਾ ਕੀਤਾ ਜਾਂਦਾ ਹੈ, ਚਲੋ ਆਪਾਂ ਨਾਮ ਨਹੀਂ ਲੈਂਦੇ, ਕਿ ਫਲਾਣੇ ਬੰਦੇ ਦਾ ਪਹਿਲਾਂ ਕਤਲ ਕੀਤਾ ਗਿਆ, ਉਹਦੇ ਬਦਲੇ ਦੇ ਵਿੱਚ ਅਸੀਂ ਇਹ ਮਰਡਰ ਕੀਤਾ, ਕਿਉਂਕਿ ਇਸ ਦੇ ਮੈਨੇਜਰ ਦਾ ਉਸ ਕਤਲ ਦੇ ਵਿੱਚ ਹੱਥ ਸੀਗਾ। ਮਿੱਡੂ ਖੇੜਾ, ਚਲੋ ਆਪਾਂ ਨਾਮ ਹੀ ਲੈ ਲੈਂਦੇ ਹਾਂ, ਮਿੱਡੂ ਖੇੜਾ ਦਾ ਮਰਡਰ ਹੁੰਦਾ ਹੈ, ਔਰ ਇਹ ਦੱਸਿਆ ਜਾਂਦਾ ਹੈ ਕਿ ਸ਼ਗਨਪ੍ਰੀਤ ਦਾ ਹੱਥ ਸੀ ਮਿੱਡੂ ਖੇੜਾ ਦੇ ਕਤਲ ਦੇ ਵਿੱਚ, ਔਰ ਇਹ ਹੋ ਹੀ ਨਹੀਂ ਸਕਦਾ ਕਿ ਸਿੱਧੂ ਮੂਸੇਵਾਲੇ ਦਾ ਮੈਨੇਜਰ ਹੋਵੇ ਸ਼ਗਨਪ੍ਰੀਤ ਤੇ ਸਿੱਧੂ ਮੂਸੇਵਾਲੇ ਨੂੰ ਪਤਾ ਨਾ ਹੋਵੇ ਕਿ ਇਹ ਇੱਕ ਪਲੈਨਿੰਗ ਹੋਈ ਹੈ। ਇਹ ਇੱਕ ਬਹੁਤ ਸਟਰੋਂਗ ਥਿਊਰੀ ਹੈ ਜਿਸ ਨੂੰ ਕਿ ਪੁਲਿਸ ਹਮੇਸ਼ਾ ਕਹਿੰਦੀ ਰਹੀ ਹੈ ਕਿ ਇਹ ਗੈਂਗ ਵਾਰ ਹੈ, ਪਰ ਮੇਰਾ ਇਹ ਸਵਾਲ ਹੈ ਕਿ ਗੈਂਗਸਟਰਸ ਨੂੰ ਪ੍ਰੋਟੈਕਸ਼ਨ ਕੌਣ ਦਿੰਦਾ ਹੈ? ਗੈਂਗਸਟਰਸ ਨੂੰ ਤੁਸੀਂ ਇੱਕ ਸਿਸਟਮ 'ਚ ਲਾਰੈਂਸ ਬਿਸ਼ਨੋਈ ਹੈ, ਜੇ ਉਹ ਇੰਨਾ ਪਾਵਰਫੁਲ ਨਹੀਂ ਸੀ ਜਾਂ ਉਸਦੇ ਸਿਰ ਤੇ ਕਿਸੇ ਦਾ ਹੱਥ ਨਹੀਂ ਹੈ, ਤਾਂ ਫਿਰ ਉਹਦੀਆਂ ਮੀਡੀਆ ਇੰਟਰਵਿਊਜ਼ ਕਿਵੇਂ ਹੋ ਰਹੀਆਂ ਨੇ? ਕਿਸੇ ਹੋਰ ਪੰਜਾਬ ਦੇ ਵਿੱਚ ਇਸ ਵਕਤ ਕਿੰਨੇ ਹਜ਼ਾਰੋ ਇਨਮੇਟਸ ਨੇ, ਉਹਨਾਂ ਦੀ ਇੰਟਰਵਿਊ ਕਿਉਂ ਨਹੀਂ ਹੋਈ? ਔਰ ਇੰਟਰਵਿਊ ਹੋਣ ਤੋਂ ਬਾਅਦ ਹਾਲੇ ਤੱਕ ਇਹ ਪਤਾ ਹੀ ਨਹੀਂ ਲੱਗ ਸਕਿਆ ਕਿ ਇੰਟਰਵਿਊ ਕਿਵੇਂ ਹੋਈ, ਕਿੰਨੇ ਕਰਾਈ, ਕੌਣ ਦੋਸ਼ੀ ਹੈ, ਕੋਈ ਕਾਰਵਾਈ ਹੋਈ ਕਿ ਨਹੀਂ ਹੋਈ। ਮੈਨੂੰ ਲੱਗਦਾ ਕਿ ਟਾਈਮ ਬਾਉਂਡ ਕੀਤਾ ਗਿਆ ਸੀ ਕਿ 15 ਦਿਨ ਦੇ ਅੰਦਰ ਅੰਦਰ ਆਪਾਂ ਦੱਸਾਂਗੇ। ਜੀ ਬਿਲਕੁਲ, ਉਹਦੀ ਇਨਕੁਆਇਰੀ ਸੀ, ਨਾਲੇ 2 ਇੰਟਰਵਿਊ ਸੀ, ਬੈਕ ਟੂ ਬੈਕ ਇੰਟਰਵਿਊ ਸੀ। ਪਹਿਲੇ ਇੰਟਰਵਿਊ ਤੇ ਪੰਜਾਬ ਗਵਰਨਮੈਂਟ ਨੇ ਡਿਨਾਈ ਕਰ ਦਿੱਤਾ, ਤੇ ਸਾਨੂੰ ਵੀ ਲੱਗ ਰਿਹਾ ਸੀ ਕਿ ਇਹਦੇ ਉਹ ਕੱਪੜੇ ਨਹੀਂ ਹੈ, ਇਹਦੀ ਦਾੜੀ ਵਧੀ ਹੋਈ ਹੈ ਐਂਡ ਸਾਰਾ ਉਸਦਾ। ਤੇ ਉਹ ਦੂਜੀ ਇੰਟਰਵਿਊ ਦੇ ਵਿੱਚ ਉਹ ਬਿਲਕੁਲ ਚੇਂਜ ਆ ਗਿਆ ਜਿਵੇਂ। ਅਤੇ ਤੁਸੀਂ ਤਾਂ ਟੀਵੀ ਚੈਨਲ ਕਰਦੇ ਹੋ, ਉਹ ਜਿਹੜੇ ਉਸਦੀ ਲਾਈਟਿੰਗ ਸੀਗੀ ਤੇ ਜਿਹੜੀ ਉਹਦੀ ਆਡੀਓ ਕੁਆਲਿਟੀ ਸੀਗੀ, ਮੈਨੂੰ ਨਹੀਂ ਲੱਗਦਾ ਕਿ ਉਹ ਜੇਲ੍ਹ ਦੀ ਹੈ। ਜੇਲ੍ਹ ਦੀ ਤਾਂ ਬੈਕਗ੍ਰਾਉਂਡ ਨੋਇਸ ਹੀ ਇੰਨੀ ਆਉਂਦੀ। ਐਂਡ ਮੈਂ ਉਸ ਜੇਲ੍ਹ 'ਚ ਗਿਆ ਹੋਇਆ, ਮੈਂ ਉੱਥੇ ਵਿਜ਼ਿਟ ਕੀਤਾ ਹੋਇਆ। ਉੱਥੇ ਤੁਹਾਡਾ ਮੋਬਾਈਲ ਨੈਟਵਰਕ ਨਹੀਂ ਚੱਲਦੇ, ਜਿਹੜਾ ਉਹਦਾ ਸਿਕਿਉਰਿਟੀ ਏਰੀਆ, ਤਾਂ ਉੱਥੇ ਇੰਨਾ ਸਾਫ਼ ਮੋਬਾਈਲ ਚੱਲਦਾ ਰਿਹਾ ਕਿ ਉਹਦੇ 'ਚ ਕੋਈ ਇੰਟਰਪਸ਼ਨ ਨਹੀਂ ਆਈ। ਮੋਰ ਓਵਰ 15 ਦਿਨ ਸੀਗੇ ਇਨਕੁਆਇਰੀ ਦੇ ਵਿੱਚ। ਉਹਦੇ 'ਚ ਇਨਕੁਆਇਰੀ ਵਿੱਚ ਕੀ ਹੈ, ਤੁਸੀਂ ਲਾਰੈਂਸ ਬਿਸ਼ਨੋਈ ਨੂੰ ਜਾ ਕੇ ਪੁੱਛਣਾ, ਬੰਦਾ ਤੁਹਾਡੇ ਕੋਲ ਹੈ, ਤੁਸੀਂ ਜਾ ਕੇ ਉਹਨੂੰ ਪੁੱਛਣਾ ਵੀ ਤੇਰੀ ਇੰਟਰਵਿਊ ਕਿੱਥੇ ਹੋਈ, ਕੀ ਉਹ ਤੁਹਾਨੂੰ ਮਨਾ ਕਰੇਗਾ? ਪੰਜਾਬ ਪੁਲਿਸ ਦਾ ਇੰਨਾ ਬੁਰਾ ਹਾਲ ਹੋ ਗਿਆ ਕਿ ਲਾਰੈਂਸ ਬਿਸ਼ਨੋਈ ਕਹੇਗਾ ਕਿ ਮੈਂ ਤੁਹਾਨੂੰ ਨਹੀਂ ਦੱਸਾਂਗਾ। ਸੋ ਉਹਨਾਂ ਨੂੰ ਜਾ ਕੇ ਪੁੱਛਣਾ, ਉਹ ਮਿਲ ਹੀ ਨਹੀਂ ਰਿਹਾ ਉਹਨਾਂ ਨੂੰ। ਕਦੀ ਗੁਜਰਾਤ ਹੈ, ਕਦੀ ਇਸ ਕਰਕੇ ਤੁਹਾਨੂੰ ਲੱਗਦਾ ਕਿ ਗੈਂਗ ਵਾਰ ਨਹੀਂ ਹੈ, ਇਹਦੇ ਪਿੱਛੇ ਕੁਝ ਹੋਰ ਹੈ? ਮੈਨੂੰ ਲੱਗਦਾ ਹੈ ਕਿ ਇਹ ਗੱਲ ਲਾਰੈਂਸ ਬਿਸ਼ਨੋਈ ਤੇ ਖਤਮ ਨਹੀਂ ਹੋ ਰਹੀ, ਇਹਦੇ ਵਿੱਚ ਡੈਫੀਨੇਟਲੀ ਹੋਰ ਥਿਊਰੀਜ਼ ਨੇ, ਬਹੁਤ ਜ਼ਿਆਦਾ ਥਿਊਰੀਜ਼ ਨੇ। ਉਹਦੇ ਫਾਦਰ ਇੱਕ ਕਲੇਮ ਹੋਰ ਕਰਦੇ ਨੇ, ਜੇ ਤੁਸੀਂ ਸੁਣਿਆ ਹੋਵੇ ਤਾਂ, ਬਹੁਤ ਸਾਰੇ ਮਸ਼ਹੂਰ ਸਿੰਗਰਸ ਕਰਕੇ ਵੀ ਮੇਰੇ ਬੱਚੇ ਦੀ ਮੌਤ ਹੋਈ ਹੈ। ਉਹ ਕਹਿੰਦੇ ਨੇ ਕੁਝ ਸੰਕੇਤ ਦਿਖਾਈ ਦਿੰਦੇ ਨੇ ਕਿ ਕੁਝ ਅਜਿਹੇ ਆਰਟਿਸਟ ਨੇ ਜੋ ਸਿੱਧੂ ਮੂਸੇਵਾਲਾ ਨੂੰ ਪਸੰਦ ਨਹੀਂ ਕਰਦੇ ਸੀ, ਔਰ ਉਹ ਚਾਹੁੰਦੇ ਸੀਗੇ ਕਿ ਸਿੱਧੂ ਮੂਸੇਵਾਲਾ ਸਕਰੀਨ ਤੋਂ ਗਾਇਬ ਹੋ ਜਾਏ। ਅਜਿਹਾ ਵੀ ਕੁਝ ਉਹਦੀ ਬਹੁਤ ਸਟਰੋਂਗ ਰਾਈਵਲਰੀ ਹੈ। ਤੇ ਜਿਹੜਾ ਕਿ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ, ਜੋ ਕੈਲੀਫੋਰਨੀਆ ਦੇ ਵਿੱਚ ਇੱਕ ਸਿੰਗਰ ਦੇ ਨਾਲ ਦੇਖਿਆ ਗਿਆ, ਉਹਦੇ ਸ਼ੋਅ ਵਿੱਚ ਦੇਖਿਆ ਗਿਆ, ਤੇ ਜਿਸ ਦੇ ਉਹ ਵਿਆਹ ਵਿੱਚ ਦੇਖਿਆ ਗਿਆ,
ਕਰਨਵੀਰ ਜੀ। ਕਰਨਵੀਰ ਜੇਲ੍ਹ ਤੋਂ ਭੱਜਿਆ ਹੋਇਆ ਮੁਲਜ਼ਮ ਹੈ। ਉਹ ਇਜ਼ ਅ ਪ੍ਰੋਕਲੇਮਡ ਅਫੈਂਡਰ। ਹੀ ਐਕਚੁਅਲੀ ਇਜ਼ ਅ ਕਨਵਿਕਟ ਤੇ ਉੱਥੋਂ ਪੈਰੋਲ ਤੋਂ ਆ ਕੇ ਉਹ ਭੱਜਿਆ ਹੋਇਆ। ਔਰ ਲਾਰੈਂਸ ਬਿਸ਼ਨੋਈ ਦੇ ਭਰਾ ਬਾਰੇ ਕਹਿੰਦੇ ਸੀਗੇ ਉਹ ਤਾਂ ਜੀ ਪੁਲਿਸ ਦੇ ਕਬਜ਼ੇ ਦੇ ਵਿੱਚ, ਉਹ ਤਾਂ ਜੇਲ੍ਹ ਦੇ ਵਿੱਚ ਹੈ ਤੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ, ਨੱਚ ਰਿਹਾ ਉੱਥੇ। ਉਹ ਉੱਥੇ ਹੈਗਾ ਜੀ। ਸੋ ਇਹ ਕਿਵੇਂ ਪੋਸੀਬਲ ਹੋਇਆ? ਉਹਨਾਂ ਦੇ ਪਾਸਪੋਰਟ ਕਿਵੇਂ ਬਣ ਗਏ? ਅਨਮੋਲ ਬਿਸ਼ਨੋਈ ਦੇ ਬਣੇ, ਸਚਿਨ ਬਿਸ਼ਨੋਈ ਦੇ ਬਣੇ, ਤੇ ਬਹੁਤ ਜ਼ਿਆਦਾ ਸਵਾਲ। ਇਹ ਸਵਾਲ ਤੁਸੀਂ ਪੁਲਿਸ ਅਫਸਰਾਂ ਤੋਂ ਪੁੱਛੇ? ਪੁਲਿਸ ਦੇ ਨਾਲ ਡੈਫੀਨੇਟਲੀ ਮੈਂ ਪੁਲਿਸ ਤੋਂ ਪੁੱਛਦੇ, ਔਨ ਰਿਕਾਰਡ ਵੀ ਪੁੱਛਦੇ, ਆਫ ਰਿਕਾਰਡ ਵੀ ਪੁੱਛਦੇ ਹੈਗੇ ਆ। ਦੇ ਆਰ ਸਟਿਕਿੰਗ ਵਿਦ ਕਿ ਇਹ ਗੈਂਗ ਵਾਰ ਹੈ, ਇਸ ਤੋਂ ਅੱਗੇ ਇਹਦੇ ਵਿੱਚ ਕੁਝ ਨਹੀਂ ਹੈ। ਪਰ ਉਹਨਾਂ ਲਈ ਵੀ ਕਹਿ ਰਹੇ ਕਿ ਸਾਡੀ ਇਨਵੈਸਟੀਗੇਸ਼ਨ ਔਨ ਹੈ ਤੇ ਜੇ ਸਾਨੂੰ ਕੋਈ ਕਲੂ ਮਿਲੇਗਾ ਅਸੀਂ ਕਰਾਂਗੇ। ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਕਾਫੀ ਕੁਐਸਚਨਿੰਗ ਕੀਤੀ ਹੈ, ਪਰ ਕੁਝ ਥਿਊਰੀਜ਼ ਹੈ ਜਿਸ ਤੇ ਮੇਰਾ ਮਨ ਹੈ, ਜਿਸ ਨੂੰ ਨਾ ਮੈਂ ਬਿਕੋਜ਼ ਇਹ ਕੇਸ ਬਿਲਕੁਲ ਤਾਜ਼ਾ ਹੈ ਤੇ ਹਜੇ ਸਬ ਜੁਡਿਸ ਹੈ, ਹਜੇ ਚਾਰजेस ਵੀ ਨਹੀਂ ਫਰੇਮ ਹੋਏ, ਤਾਂ ਲੀਗਲੀ ਅਸੀਂ ਇੰਨੀ ਡਾਇਰੈਕਟ ਨਹੀਂ ਲਿਖ ਸਕਦੇ। ਪਰ ਬਿਟਵੀਨ ਦੀ ਲਾਈਨਸ ਮੈਂ ਇਹਦੇ ਵਿੱਚ ਕਾਫੀ ਹਿੰਟਸ ਦਿੱਤੇ ਹੈਗੇ ਨੇ ਜਿਸ ਨੂੰ ਜਿੱਥੋਂ ਸਾਫ਼ ਹੋ ਜੀ ਕੁਝ ਚੀਜ਼ਾਂ। ਹਾਂ, ਮੈਨੂੰ ਇਹ ਤਾਂ ਨਹੀਂ ਲੱਗਦਾ ਕਿ ਸਾਰੇ ਰੀਡਰ ਉਹਨੂੰ ਸਮਝਣਗੇ, ਪਰ ਯੈਸ ਡੈਫੀਨੇਟਲੀ ਉਹਨਾਂ ਨੂੰ ਪਤਾ ਚੱਲੇਗਾ ਕਿ ਇਹਦੇ ਵਿੱਚ ਕੀ ਹੋਇਆ। ਜੋਪਿੰਦਰਜੀਤ, ਕਿਉਂਕਿ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤਾਂ ਉਹਦੇ ਨਾਲ ਜੁੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਤੇ ਲੋਕਾਂ ਨੂੰ ਬੜਾ ਇੰਟਰਸਟ ਹੈ। ਇੱਕ ਸਵਾਲ ਬੜਾ ਅਹਿਮ ਹੈ, ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤਾਂ ਵਾਕਈ ਇਹ ਗੱਲ ਠੀਕ ਹੈ ਜੋ ਦਾਅਵਾ ਕੀਤਾ ਜਾਂਦਾ ਹੈ ਕਿ ਪੂਰੀ ਤਿਆਰੀ ਦੇ ਨਾਲ ਉਹ ਗੈਂਗਸਟਰ ਆਏ ਹੋਏ ਸੀਗੇ, ਉਹਨਾਂ ਦੇ ਕੋਲ ਹੈਂਡ ਗ੍ਰੇਨੇਡ ਵੀ ਸੀ, ਉਹਨਾਂ ਕੋਲ AK-47 ਵੀ ਸੀ, ਜੇ ਬੁਲਟ ਪ੍ਰੂਫ ਗੱਡੀ ਹੁੰਦੀ ਤਾਂ ਵੀ ਉਹ ਅਟੈਕ ਜ਼ਰੂਰ ਕਰਦੇ। ਐਵੇਂ ਦੀਆਂ ਚੀਜ਼ਾਂ ਤੁਹਾਡੇ ਰਿਸਰਚ ਦੇ ਵਿੱਚ ਆਈਆਂ ਸਾਹਮਣੇ? ਉਹਨਾਂ ਕੋਲ ਵੈਪਨਸ ਸੀਗੇ, ਗਨਸ ਸੀਗੀਆਂ ਉਹਨਾਂ ਕੋਲ, ਪਰ ਹੈਂਡ ਗ੍ਰੇਨੇਡ ਉਸ ਟਾਈਮ ਨਹੀਂ ਸੀਗੇ। ਅੱਛਾ। ਹਾਂ, ਉਹਨਾਂ ਦਾ ਪਲਾਨ ਸੀਗਾ ਇਸ ਤੋਂ ਪਹਿਲਾਂ ਹੈਂਡ ਗ੍ਰੇਨੇਡ ਸੁੱਟਣ ਦਾ, ਪਰ ਉਸ ਟਾਈਮ ਨਹੀਂ ਉਹਨਾਂ ਕੋਲ। ਐਕਚੁਅਲੀ ਉਹਨਾਂ ਕੋਲ ਰਿਕਵਰੀ ਦਾ ਬਹੁਤ ਲੇਟ ਹੋਈ ਹੈ। ਸੋ ਉਹਨਾਂ ਨੇ ਜਿਹੜਾ ਜੋਗਿੰਦਰ ਸਿੰਘ ਜੋਗਾ ਨਾਂ ਦਾ ਬੰਦਾ ਸੀ ਜਿਸ ਨੇ ਉਹਨਾਂ ਨੂੰ ਵੈਪਨਸ ਦਿੱਤੇ ਨੇ ਤੇ ਉਹੀ ਵੈਪਨ ਇਕੱਠੇ ਕਰਕੇ ਲੈ ਗਿਆ ਤੇ ਅੱਜ ਤੱਕ ਪਕੜਿਆ ਨਹੀਂ ਗਿਆ। ਕਮਾਲ। ਇਹ ਵੀ ਤੁਸੀਂ ਦੇਖੋ ਉਹਦੇ ਚ ਕਿੰਨੀ ਕਮਾਲ। ਐਂਡ ਹਾਲਾਂਕਿ ਉਸਨੂੰ ਹਰਿਆਣਾ ਪੁਲਿਸ ਵੀ ਲੱਭ ਰਹੀ ਹੈ, ਪੰਜਾਬ ਪੁਲਿਸ ਵੀ ਲੱਭ ਰਹੀ ਹੈ, ਦਿੱਲੀ ਪੁਲਿਸ ਵੀ ਲੱਭ ਰਹੀ ਹੈ, ਐਂਡ ਹੀ ਇਜ਼ ਅ ਪ੍ਰੋਕਲੇਮਡ ਅਫੈਂਡਰ। ਉਸਨੂੰ ਕੀਤਾ ਹੋਇਆ ਜੀ ਉਹਨਾਂ ਦੀ ਇੱਥੋਂ ਤੱਕ ਹੀ ਕਾਰਵਾਈ, ਉਸਦਾ ਨਹੀਂ ਪਤਾ ਜੀ। ਇੱਕ ਗੱਲ ਹੋਰ ਦੱਸਿਓ, ਇੱਕ ਆਮ ਸ਼ਖਸ ਦਾ ਜੇ ਮਰਡਰ ਕਰਨਾ ਹੋਵੇ, ਕਤਲ ਕਰਨਾ ਹੋਵੇ, ਜਦੋਂ ਪਤਾ ਹੈ ਕਿ ਇਹਦੇ ਕੋਲ ਕੋਈ ਸਿਕਿਉਰਿਟੀ ਹੁਣ ਖਾਸ ਹੈ ਨਹੀਂ ਹੈ, ਤਾਂ ਜਿੰਨੀ ਤਿਆਰੀ ਦੇ ਨਾਲ ਆਏ, ਜਿੰਨਾ ਲਾਅ ਲਸ਼ਕਰ, ਜਿਵੇਂ ਤੁਸੀਂ 60 ਬੰਦੇ ਕਿਹਾ ਕਿ ਇੰਨੀ ਵੱਡੀ ਪਲੈਨਿੰਗ, ਇਹ ਇੰਨੀ ਵੱਡੀ ਪਲੈਨਿੰਗ ਕਿਉਂ ਕੀਤੀ ਗਈ? ਕੀ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਸਿੱਧੂ ਮੂਸੇਵਾਲੇ ਨੂੰ ਮਾਰਨਾ ਬਹੁਤ ਔਖਾ ਹੈ, ਬਹੁਤ ਜ਼ਿਆਦਾ ਸਿਕਿਉਰਿਟੀ ਹੋਏਗੀ? ਜਦੋਂ ਇਹ ਪਤਾ ਹੈ ਕਿ ਸਿਕਿਉਰਿਟੀ ਵਿਡਰਾਅ ਹੋ ਗਈ, ਉਹਦੀ ਘਟ ਗਈ ਸਿਕਿਉਰਿਟੀ, ਉਸ ਦੇ ਬਾਵਜੂਦ ਉਹਨਾਂ ਨੇ ਤਿਆਰੀ ਉਵੇਂ ਦੀ ਉਹ ਰੱਖੀ ਕਿ ਭਾਵੇਂ ਜੋ ਮਰਜ਼ੀ ਹੋ ਜਾਏ ਆਪਾਂ ਇਹਨੂੰ ਖਤਮ ਕਰਨਾ। ਹਾਂਜੀ, ਯੈਸ, ਕਿਉਂਕਿ ਇੱਕ ਤਾਂ ਉਹਨਾਂ ਦਾ ਪਲਾਨ ਇਹ ਸੀਗਾ ਵੀ ਹਵੇਲੀ ਦੇ ਨੇੜੇ ਕਰਾਂਗੇ ਜਾਂ ਰਸਤੇ ਵਿੱਚ ਕਰਾਂਗੇ। ਉਹਨਾਂ ਨੂੰ ਨਹੀਂ ਸੀ ਪਤਾ ਕਿ ਮੂਸੇਵਾਲਾ ਜੀ 5:15 ਵਜੇ ਬਾਹਰ ਨਿਕਲਣਗੇ। ਉਹ ਉੱਥੇ ਵੇਟ ਕਰ ਰਹੇ ਸੀ, ਇੱਕ ਦਿਨ ਪਹਿਲਾਂ ਵੀ ਵੇਟ ਕਰ ਰਹੇ ਸੀਗੇ ਜਦੋਂ ਅਨਾਉਂਸ ਹੋਇਆ। ਹੋ ਸਕਦਾ ਇੱਕ ਦਿਨ ਹੋਰ ਉੱਥੇ ਉਹ ਦੇਖਦੇ। ਉਹ ਮੌਕੇ ਦੀ ਤਲਾਸ਼ ਵਿੱਚ ਸੀ, ਜੋ ਮੌਕਾ ਉਹਨਾਂ ਨੂੰ ਮਿਲ ਗਿਆ। ਉਹਨਾਂ ਦੀ ਤਿਆਰੀ ਸੀ ਬੁਲਟ ਪ੍ਰੂਫ ਕਾਰ ਦੇ ਲਈ, ਜੋ ਕਿ ਫੋਰਚੂਨਰ ਉਹਨਾਂ ਦੀ ਸੀ, ਜਿਸ ਨੂੰ ਉਹ ਉਸ ਦਿਨ ਲੈ ਕੇ ਨਹੀਂ ਗਏ। ਉਸ ਤੋਂ ਬਾਅਦ ਉਹਨਾਂ ਦੀ ਹੋ ਸਕਦਾ ਉਹਨਾਂ ਦਾ ਪਲਾਨ ਹੋਵੇ ਕਿ ਜੇ ਆਪਾਂ ਨੂੰ ਕਿਤੇ ਉਹ ਨਹੀਂ ਮਿਲਦੇ ਤਾਂ ਆਪਾਂ ਉਹਨਾਂ ਦੇ ਘਰ ਵਿੱਚ ਹੀ ਅਟੈਕ ਕਰਾਂਗੇ। ਸੋ ਪੂਰੀ ਤਿਆਰੀ ਸੀ। ਜੋ ਕਿਉਂਕਿ ਉਹਦੇ ਫਾਦਰ ਵੀ ਇਹ ਦਾਅਵਾ ਕਰਦੇ ਕਿ ਜੇ ਬਾਹਰ ਨਾ ਮਾਰਦੇ ਤਾਂ ਘਰ ਜ਼ਰੂਰ ਮਾਰ ਦੇਣਾ ਸੀ ਉਹਨਾਂ ਨੇ। ਉਹਨਾਂ ਦੀ ਤਿਆਰੀ ਇਦਾਂ ਦੀ ਲੱਗਦੀ, ਉਹਨਾਂ ਦੀ ਤਿਆਰੀ ਸੀ। ਅੱਛਾ, ਮੈਨੂੰ ਇਹ ਨਹੀਂ ਲੱਗਦਾ ਕਿ ਜਿਹੜੀਆਂ ਉਸ ਦਿਨ ਸਿਕਿਉਰਿਟੀ ਪ੍ਰੂਨਿੰਗ ਦੀ ਖਬਰਾਂ ਆਈਆਂ ਸੀਗੀਆਂ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਬਿਲਕੁਲ ਕਲੀਅਰ ਹੋਇਆ ਸੀ ਕਿ ਕਿੰਨੀ ਘਟਾਈ, ਬਿਕੋਜ਼ 4 ਤੋਂ 2 ਕੀਤੀ ਗਈ ਸੀਗੀ। ਸੋ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੀ ਜੋ ਤਿਆਰੀ ਸੀ ਉਹ ਸੀਗੀ ਕਿ ਜੇ 2 ਵੀ ਹੋਣਗੇ ਤਾਂ ਅਸੀਂ ਇਸ ਤੇ ਅਟੈਕ ਕਰਾਂਗੇ। ਇੱਕ ਗੱਲ ਹੋਰ, ਤੁਹਾਡੀ ਉਹਨਾਂ ਦੇ ਪੇਰੈਂਟਸ ਨਾਲ ਗੱਲਬਾਤ ਹੋਈ ਹੈ, ਉਹ ਕਹਿੰਦੇ ਕਿ ਸਿੱਧੂ ਮੂਸੇਵਾਲੇ ਨੂੰ ਪਤਾ ਸੀ ਕਿ ਮੇਰੇ ਉੱਤੇ ਇੱਦਾਂ ਕੋਈ ਅਟੈਕ ਹੋ ਸਕਦਾ। ਉਹ ਅਕਸਰ ਗਾਣਿਆਂ ਦੇ ਵਿੱਚ ਵੀ ਉਹ ਜ਼ਿਕਰ ਕਰਦਾ ਸੀ, ਜਦੋਂ ਸੋਸ਼ਲ ਮੀਡੀਆ ਤੇ ਲਾਈਵ ਹੁੰਦਾ ਸੀ ਤਾਂ ਵੀ ਉਹ ਜ਼ਿਕਰ ਕਰਦਾ ਸੀ। ਇਹ ਗੱਲ ਠੀਕ ਹੈ ਕਿ ਉਹਨੂੰ ਪਤਾ ਸੀ ਕਿ ਇੱਦਾਂ ਦਾ ਕੁਝ ਹੋ ਸਕਦਾ? ਹਾਂਜੀ, ਉਹ ਪ੍ਰੈਮੋਨੀਸ਼ਨ ਆਪਾਂ ਇਸ ਨੂੰ ਕਹਿ ਦਿੰਦੇ ਹੈਗੇ, ਜਿਹੜਾ ਉਹਨਾਂ ਦਾ ਗਾਣਾ ਵੀ ਹੈ ਲਾਸਟ ਰਾਈਡ। ਇਨਫੈਕਟ ਮੂਸੇਵਾਲਾ ਜੀ ਵਾਜ਼ ਜਿਹੜੇ ਉਹਨਾਂ ਦੇ ਸਾਰੀ ਉਮਰ ਫੈਨ ਰਹੇ ਨੇ, ਜਿਹੜਾ ਉਹਨਾਂ ਦਾ ਗੁਰੂ ਹੈ ਟੋਪੈਕ ਸ਼ਕੂਰ ਹੈ, ਅਮਰੀਕਨ ਰੈਪ ਸਿੰਗਰ, ਜਿਨ੍ਹਾਂ ਦਾ ਸਿਮਿਲਰ ਮਰਡਰ ਹੋਇਆ ਸੀ। ਮੈਨੂੰ ਲੱਗਦਾ ਹੈ ਕਿ ਕਿਸੇ ਲੈਵਲ ਤੇ ਆਈ ਡੋਂਟ ਨੋ ਆਪਾਂ ਨੂੰ ਇਹ ਗੱਲ ਕਰਨੀ ਚਾਹੀਦੀ, ਪਰ ਮੈਨੂੰ ਲੱਗਦਾ ਕਿ ਕਿਤੇ ਕੁਝ ਸੋਲਸ ਨੂੰ ਪਤਾ ਹੁੰਦਾ ਕਿ ਮੇਰੀ ਲਾਈਫ ਬਹੁਤ ਛੋਟੀ ਹੈ। ਇਸੇ ਕਰਕੇ ਤੁਸੀਂ ਦੇਖੋ ਕਿ ਕੁਝ ਲੋਕ ਆਪਣੀ ਲਾਈਫ 'ਚ ਨਾ ਬਹੁਤ ਜਲਦੀ 'ਚ ਹੁੰਦੇ ਆ ਕੰਮ ਕਰਨ ਦੇ ਵਿੱਚ। ਤੋ ਇਹ 4-4 ਹਫ਼ਤੇ 4-4 ਸੌਂਗ ਇੱਕ ਹਫ਼ਤੇ 'ਚ ਰਿਕਾਰਡ ਕਰਦੇ ਸੀ। ਕਿਤੇ ਨਾ ਕਿਤੇ ਤੁਹਾਨੂੰ ਕੁਝ ਪਤਾ ਹੁੰਦਾ ਕਿ ਮੇਰੀ ਲਾਈਫ ਛੋਟੀ ਹੈ। ਮੈਨੂੰ ਇਨਫੈਕਟ ਜਦੋਂ ਮੈਂ ਹੁਣ ਉਹਨਾਂ ਨੂੰ ਕਿਤਾਬ ਦੇਣ ਗਿਆ ਤੇ ਮੈਨੂੰ ਉੱਥੇ ਇੱਕ ਸ਼ਖਸ ਮਿਲੇ ਜਿਹੜੇ ਮੈਨੂੰ ਪਹਿਲਾਂ ਨਹੀਂ ਸੀ ਮਿਲੇ। ਉਹਨਾਂ ਨੇ ਮੈਨੂੰ ਕਿਹਾ ਕਿ ਜਿੱਥੇ ਉਹਨਾਂ ਦੀ ਹੁਣ ਸਮਾਧੀ ਬਣੀ ਹੈ
ਤੇ ਇਹ ਜ਼ਮੀਨ ਮੂਸੇਵਾਲਾ ਨੇ ਲਿੱਤੀ ਸੀ ਕਿ ਮੈਂ ਇੱਥੇ ਫਿਲਮ ਸਿਟੀ ਬਣਾਵਾਂਗਾ। ਤੇ ਇੱਕ ਦਿਨ ਕਹਿੰਦੇ ਉੱਥੇ ਸਾਈਡ ਤੇ ਸਮੋਸੇ ਖਾਂਦੇ ਉਹਨਾਂ ਨੇ ਕਿਹਾ ਵੀ ਹੋ ਸਕਦਾ ਜੱਟ ਦੀ ਇੱਥੇ ਸਮਾਧੀ ਵੀ ਬਣ ਜੇ। ਤੇ ਇਹ ਦੇਖ ਲਓ ਤੁਸੀਂ, ਉਹ ਗੱਲ ਸੱਚ ਹੋ ਗਈ। ਇੱਕ ਬੜੇ ਸ਼ਾਰਟ ਟਾਈਮ ਦੇ ਵਿੱਚ ਇੱਕ ਅਜਿਹੀ ਪ੍ਰਸਿੱਧੀ ਹਾਸਲ ਕੀਤੀ ਸਿੱਧੂ ਮੂਸੇਵਾਲੇ ਨੇ, ਔਰ ਜਿੰਨੀ ਛੇਤੀ ਪ੍ਰਸਿੱਧੀ ਹਾਸਲ ਕੀਤੀ ਉਨੀ ਛੇਤੀ ਇਸ ਦੁਨੀਆ ਤੋਂ ਉਹ ਚਲਾ ਵੀ ਗਿਆ। ਬੜੇ ਸ਼ਾਰਟ ਟਾਈਮ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਉਹਦੀਆਂ ਹੋਈਆਂ। ਇੱਕ ਗੱਲ ਹੋਰ, ਬੀਇੰਗ ਅ ਹਿਊਮਨ ਬੀਇੰਗ ਤੁਹਾਨੂੰ ਕਿਵੇਂ ਲੱਗਿਆ? ਆਮ ਤੌਰ ਤੇ ਲੋਕ ਕਹਿੰਦੇ ਨੇ ਕਿ ਦੇਖੋ ਜੀ ਉਹਨੇ ਹਥਿਆਰਾਂ ਨੂੰ ਬਹੁਤ ਪ੍ਰਮੋਟ ਕੀਤਾ, ਗਨ ਕਲਚਰ ਨੂੰ ਪ੍ਰਮੋਟ ਕੀਤਾ। ਬੀਇੰਗ ਏ ਹਿਊਮਨ ਵੀ ਉਹ ਥੋੜਾ ਜਿਹਾ ਅਖੜ ਸੁਭਾਅ ਦਾ ਸੀ, ਕਿਉਂਕਿ ਜਦੋਂ ਤੁਸੀਂ ਉਹਦਾ ਪੂਰੀ ਰਿਸਰਚ ਕੀਤੀ ਤਾਂ ਤੁਹਾਨੂੰ ਇਹਦੇ ਵਿੱਚ ਕੀ ਨਜ਼ਰ ਆਉਂਦਾ? ਹਾਂਜੀ ਬਿਲਕੁਲ, ਇਹਦੇ ਵਿੱਚ ਗਨ ਕਲਚਰ ਦੇ ਉੱਤੇ ਉਹਨਾਂ ਦਾ ਬਹੁਤ ਕ੍ਰਿਟਿਸਿਜ਼ਮ ਹੋਇਆ ਸੀ। ਇਨਫੈਕਟ ਸਾਰੇ ਮੀਡੀਆ ਨੇ ਉਹਨਾਂ ਨੂੰ ਕ੍ਰਿਟਿਸਾਈਜ਼ ਕਰਦੇ ਰਹੇ। ਉਹਨਾਂ ਦੇ 4 FIRs ਵੀ ਹੋਈਆਂ ਨੇ। ਮੈਨੂੰ ਲੱਗਦਾ ਹੈ ਕਿ ਉਹ ਇੱਕ ਸ਼ੁਰੂਆਤ ਵਾਲਾ ਜਿਹੜਾ ਉਹਨਾਂ ਦਾ ਪੀਰੀਅਡ ਹੁੰਦਾ ਨਾ, ਹਰ ਕੋਈ ਪਹਿਲੇ ਦਿਨ ਤੋਂ ਇੰਟੈਲੈਕਚੁਅਲ ਨਹੀਂ ਹੁੰਦਾ ਹੈਗਾ। ਜਦੋਂ ਤੁਸੀਂ ਪਹਿਲਾਂ ਗਾਣਾ ਲਿਖਦੇ ਹੋ, ਤੁਸੀਂ ਪਹਿਲਾ ਗਾਣਾ ਤਾਂ ਤੁਸੀਂ ਕੋਈ ਆਪਣੀ ਲਵ ਸਟੋਰੀ ਲਈ ਲਿਖੋਗੇ ਜਾਂ ਯਾਰਾਂ ਦੋਸਤਾਂ ਲਈ ਲਿਖੋਗੇ। ਦੂਜਾ ਗਾਣਾ ਹੋ ਸਕਦਾ ਤੁਸੀਂ ਆਪਣੇ ਆਲੇ ਦੁਆਲੇ ਦੀ ਜੋ এনवायरमेंट ਉਹਦੇ ਲਿਖੋਗੇ। ਹੌਲੀ ਹੌਲੀ ਤੁਸੀਂ ਸਟੇਟ ਦੇ ਇਸ਼ੂਜ਼ ਤੇ ਆਉਂਦੇ ਹੋ, ਨੈਸ਼ਨਲ ਇਸ਼ੂਜ਼ ਤੇ ਆਉਂਦੇ ਹੋ, ਕੋਈ ਦੁਨੀਆ ਦੇ ਇਸ਼ੂਜ਼ ਤੇ ਆ ਜਾਂਦਾ, ਕੋਈ এনवायरमेंट ਦੇ ਆਉਂਦਾ। ਜਿਹੜਾ ਉਹਨਾਂ ਦਾ ਗਾਣਾ 295 ਹੈ ਤੇ ਉਹ ਗਾਣਾ ਮੈਨੂੰ ਲੱਗ ਰਿਹਾ ਕਿ ਉਹ ਬਹੁਤ ਮੈਚੁਰ ਸੌਂਗ ਹੈਗਾ ਉਹਨਾਂ ਦਾ। ਸੋ ਇਹ ਉਸ ਟਾਈਮ ਤੇ ਉਹਨਾਂ ਨੂੰ ਮਾਰਿਆ ਗਿਆ ਜਦੋਂ ਬਿਲਕੁਲ ਮੈਚੁਰਿਟੀ ਵਾਲਾ ਉਹਨਾਂ ਨੇ ਮੋੜ ਲੈ ਲਿਆ ਸੀਗਾ ਲਾਈਫ ਦੇ ਵਿੱਚ। ਇਸ ਕਰਕੇ ਉਹਨਾਂ ਦਾ ਮਰਡਰ, ਜਿਵੇਂ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਕਿ ਇਹਨਾਂ ਨੂੰ ਕਿਉਂ ਚੁਣਿਆ ਗਿਆ, ਇਹ ਸਿਰਫ ਇੱਕ ਸਿੰਗਰ ਦਾ ਤੇ ਇੱਕ ਸ਼ਖਸ ਦਾ ਮਰਡਰ ਨਹੀਂ ਹੈ। ਇਹ ਇੱਕ ਮਰਡਰ ਇੱਕ ਇਹੋ ਜਿਹੀ ਪਰਸਨੈਲਿਟੀ ਦਾ ਹੈ ਜੋ ਵੱਡਾ ਹੁੰਦਾ ਜਾ ਰਿਹਾ ਸੀ। ਇਵਨ ਇਲੈਕਸ਼ਨ ਹਾਰਨ ਤੇ, ਇਲੈਕਸ਼ਨ ਜੋ ਹਾਰਿਆ ਉਹ ਮੂਸੇਵਾਲਾ ਸਿੰਗਰ ਨਹੀਂ ਹਾਰਿਆ, ਮੂਸੇਵਾਲਾ ਪੋਲੀਟੀਸ਼ੀਅਨ ਹਾਰਿਆ। ਸੋ ਜਿਹਦੇ ਵਿੱਚ ਤੁਹਾਡਾ ਉਹ ਸਵਾਲ ਆ ਗਿਆ ਕਿ ਕੁਝ ਲੋਕ ਉਹਨਾਂ ਨੂੰ ਐਰੋਗੈਂਟ ਕਹਿੰਦੇ ਸੀਗੇ। ਜਦੋਂ ਤੁਸੀਂ ਇੱਕ ਆਰਟਿਸਟ ਬਣ ਜਾਂਦੇ ਹੋ, ਜਦੋਂ ਤੁਹਾਡੇ ਪਬਲਿਕ ਦੇ ਵਿੱਚ ਇੰਨੀ ਫੋਲੋਇੰਗ ਹੋ ਜਾਂਦੀ ਹੈ ਤਾਂ ਤੁਸੀਂ ਅਲੂਫ ਹੋ ਸਕਦੇ ਹੋ, ਤੁਹਾਡੇ 'ਚ ਐਰੋਗੈਂਸ ਵੀ ਆ ਸਕਦੀ ਹੈਗੀ, ਜੋ ਵੀਕਨੈਸ ਹੈ ਜੋ ਤੁਹਾਡੇ 'ਚ ਨਹੀਂ ਆਣੀ ਚਾਹੀਦੀ। ਪਰ ਕਈ ਵਾਰ ਅਲੂਫਨੈਸ ਨੂੰ ਐਰੋਗੈਂਸ ਵੀ ਮੰਨਿਆ ਜਾਂਦਾ। ਮੈਂ ਉਹਨਾਂ ਨੂੰ ਪਰਸਨਲੀ ਕਦੀ ਮਿਲਿਆ ਨਹੀਂ, ਸੋ ਮੈਂ ਨਹੀਂ ਕਹਿ ਸਕਦਾ। ਪਰ ਹਾਂ, ਉਹਨਾਂ ਵਿੱਚ ਇਹ ਟਿੰਜ ਸੀਗੀ, ਡੈਫੀਨੇਟਲੀ ਇੱਕ ਪਾਰਟ ਆਫ ਦਾ ਕੈਰੈਕਟਰ ਉਹਨਾਂ ਦਾ ਸੀਗਾ। ਐਂਡ ਪਰ ਤੁਸੀਂ ਇਹ ਦੇਖੋ ਕਿ ਆਪਣੇ ਖਿਲਾਫ ਇੰਨੇ ਅਬਿਊਸਿਵ ਕਮੈਂਟ ਸਹਿਣਾ ਉਹ ਵੀ ਬਹੁਤ ਔਖਾ। ਤੁਹਾਡੇ ਆਪਣੇ ਖਿਲਾਫ ਕੋਈ ਖਬਰ ਤੇ ਇੱਕ ਕਮੈਂਟ ਕਰਦੇ ਵੀ ਇਹ ਖਬਰ ਝੂਠੀ ਹੈ, ਆਪਣੀ ਕਈ ਦਿਨ ਆਪਾਂ ਬਿਲਕੁਲ। ਸੋ ਇਹ ਬੜਾ ਮੁਸ਼ਕਿਲ ਹੈਗਾ ਜੀ। ਇੱਕ ਗੱਲ ਹੋਰ ਦੱਸਿਓ, ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਸਿੱਧੂ ਮੂਸੇਵਾਲਾ, ਜਿਵੇਂ ਤੁਹਾਡੇ ਸਵਾਲ ਦਾ, ਉਸ ਮੋੜ ਤੇ ਆ ਚੁੱਕਿਆ ਸੀ ਜਿਸ ਤੋਂ ਬਾਅਦ ਕਈਆਂ ਦੀਆਂ ਪਰਤਾਂ ਖੁੱਲ੍ਹਣੀਆਂ ਸੀ। ਹੋ ਸਕਦਾ ਕਈਆਂ ਨੂੰ ਔਖਾ ਕਰਦਾ, ਸਰਕਾਰਾਂ ਨੂੰ, ਸਿਆਸਤਦਾਨਾਂ ਨੂੰ, ਸੋਸ਼ਲ ਸਮਾਜ ਦੇ ਵਿੱਚ ਜਿਹੜੇ ਲੋਕ ਜੁੜੇ ਹੁੰਦੇ ਉਹਨਾਂ ਨੂੰ। ਕੀ ਇਸ ਮਰਡਰ ਪਿੱਛੇ ਉਹ ਵੀ ਇੱਕ ਐਂਗਲ ਹੋ ਸਕਦਾ? ਮੇਰੇ ਬਹੁਤ ਸਟਰੋਂਗਲੀ ਮੰਨਣਾ ਹੈ, ਕਿਉਂਕਿ ਜੋ ਪੰਜਾਬੀ ਆਪਾਂ ਕਲਚਰ ਹੈ, ਆਪਣੀ ਕਲਚਰ ਇੱਕ ਹੀਰੋ ਵਰਸ਼ਿਪ ਦੀ ਰਹੀ ਹੈ। ਜੇ ਆਪਾਂ ਜੂਨਾ ਮੋੜ ਨੂੰ ਵੀ ਲੋਕ ਪੁੱਛਦੇ ਰਹੇ ਨੇ। ਸੋ ਜਿਹੜਾ ਸਿਸਟਮ ਦੇ ਖਿਲਾਫ ਬੋਲੇਗਾ ਉਹ ਆਪਣੇ ਲਈ ਹੀਰੋ ਹੈ। ਸੋ ਮੂਸੇਵਾਲਾ ਉਸ ਹੀਰੋ ਵਾਲੇ ਦੇ ਵਿੱਚ ਪੂਰਾ ਸੀਗਾ, ਨਾਟ ਜਸਟ ਐਜ਼ ਅ ਸਿੰਗਰ, ਪਰ ਜੋ ਉਹਨਾਂ ਦੀ ਸੋਚ ਸੀਗੀ। ਤੋ ਉਸ ਹੀਰੋ ਨੂੰ ਤੁਸੀਂ ਜੇ ਆਪਣਾ ਕੋਈ ਨਵਾਂ ਹੀਰੋ ਇੱਥੇ ਪਲਾਂਟ ਕਰਨਾ ਹੈ ਪੰਜਾਬ ਦੇ, ਜੋ ਤੁਸੀਂ ਬਾਅਦ ਚ ਦੇਖਿਆ ਕਿ ਕੋਸ਼ਿਸ਼ ਕੀਤੀ ਗਈ, ਸੋ ਉਹ ਤੁਸੀਂ ਤਾਂ ਹੀ ਪਲਾਂਟ ਕਰੋਗੇ ਜੇ ਪਹਿਲਾ ਹੀਰੋ ਸੀਨ ਚੋਂ ਨਿਕਲੇਗਾ। ਜੇ ਕੁਝ ਸਿਆਸਤਦਾਨ ਭਗਤ ਸਿੰਘ ਨੂੰ ਟੈਰਰਿਸਟ ਕਹਿ ਰਹੇ ਨੇ, ਉਹਨੂੰ ਕ੍ਰਿਟਿਸਾਈਜ਼ ਕਰ ਰਹੇ ਹੈ, ਤਾਂ ਉਹ ਇਹ ਨਹੀਂ ਇਸ ਕਰਕੇ ਨਹੀਂ ਕਰ ਰਹੇ ਕਿ ਉਹਨਾਂ ਨੇ ਭਗਤ ਸਿੰਘ ਨਾਲ ਉਹਨਾਂ ਦੀ ਕੋਈ ਆਈਡੀਓਲੋਜੀਕਲ ਇਸ਼ੂ ਹੈ। ਉਹ ਭਗਤ ਸਿੰਘ ਨੂੰ ਐਜ਼ ਅ ਹੀਰੋ ਖਤਮ ਕਰਨਾ ਚਾਹੁੰਦੇ ਨੇ ਤੇ ਆਪਣੇ ਹੀਰੋ ਨੂੰ ਪਲਾਂਟ ਕਰਨਾ ਚਾਹੁੰਦੇ ਆ। ਸੋ ਵਨ ਆਫ ਦ ਬਿਗੇਸਟ ਥਿੰਗ ਇਜ਼ ਇਹ ਕਿ ਉਹਨਾਂ ਨੂੰ ਉੱਥੋਂ ਦੀ ਸੀਨ ਤੋਂ ਰਿਮੂਵ ਕਰਨ ਦੀ ਕੀਤੀ ਗਈ। ਕੁਝ ਲੋਕ ਇਸ ਦੀ ਡਿਮਾਂਡ ਕਰਦੇ ਨੇ ਕਿ ਇਹਦੀ CBI ਜਾਂਚ ਹੋਣੀ ਚਾਹੀਦੀ ਹੈ, CBI ਇਨਕੁਆਇਰੀ ਹੋਣੀ ਚਾਹੀਦੀ ਹੈ, ਕਿਉਂਕਿ ਇਹ ਸਟੇਟ ਦੇ ਲੈਵਲ ਤੋਂ ਬਾਹਰ ਦੀ ਗੱਲ ਹੈਗੀ ਹੈ। ਕਿ ਤੁਹਾਨੂੰ ਵੀ ਇਹ ਲੱਗਦਾ ਕਿ ਇਹਦੀ ਜਾਂਚ CBI ਤੋਂ ਹੋਣੀ ਚਾਹੀਦੀ? ਮੇਰੇ ਖਿਆਲ ਨਾਲ ਦਿੱਲੀ ਤੇ ਪੰਜਾਬ ਪੁਲਿਸ ਨੇ ਕਾਫੀ ਅੱਛਾ ਕੰਮ ਕੀਤਾ ਇਹਦੇ ਵਿੱਚ। ਮੈਨੂੰ ਲੱਗਦਾ ਨਹੀਂ ਕਿ ਪੁਲਿਸ ਵੱਲੋਂ ਕੋਈ ਕਮੀ ਪੇਸ਼ੀ ਹੈ, ਪਰ ਪੋਲੀਟੀਕਲ ਵਿਲ ਦੀ ਕਮੀ ਪੇਸ਼ੀ ਹੈ। ਜੇ ਕੋਈ ਪੋਲੀਟੀਕਲ ਪਾਰਟੀ ਡਿਸਾਈਡ ਕਰ ਲੇਗੀ ਕਿ ਅਸੀਂ ਸਾਰਿਆਂ ਨੂੰ ਰੋਪਿਨ ਕਰਨਾ ਹੈ ਤਾਂ ਡੈਫੀਨੇਟਲੀ ਮਿਲ ਜਾਏਗਾ। ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਗੈਂਗਸਟਰਸ ਦਾ ਜੋ ਇਨਫਲੂਐਂਸ ਹੈ ਇਹ ਕਿਸੇ ਤੋਂ ਛੁਪਿਆ ਨਹੀਂ ਹੈ। ਮੂਸੇਵਾਲਾ ਹੋਣਾ ਦੀ ਜਿਹੜੀ ਪਹਿਲੀ FIR ਹੋਈ ਹੈ ਸੌਂਗ ਲੀਕ ਹੋਣ ਦੀ, ਉਹ ਉਹਨਾਂ ਨੇ ਰੋਪੜ ਜਾ ਕੇ ਕਿਉਂ ਕਰਵਾਈ? ਉਹ ਤਾਂ ਰੋਪੜ ਦੇ ਰੈਜ਼ੀਡੈਂਟ ਨਹੀਂ ਹੈਗੇ, ਇਹਦਾ ਮਤਲਬ ਉਹਨਾਂ ਦੀ ਕਿਤੇ ਹੋਰ FIR ਨਹੀਂ ਸੀ ਹੋ ਰਹੀ, ਤਾਂ ਕਰਕੇ ਉੱਥੇ ਕਰਾਈ। ਹਾਂ, ਸੋ ਇਨਵੈਸਟੀਗੇਸ਼ਨ ਉਸ FIR ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਐਗਜ਼ੈਕਟਲੀ। ਇੱਕ ਹੋਰ ਗੱਲ ਦੱਸਿਓ, ਜਿਵੇਂ ਤੁਸੀਂ ਇਹ ਕਿਹਾ ਕਿ ਕਿਉਂਕਿ ਉਹ ਵੀ ਇਹੀ ਕਹਿੰਦੇ ਆ, ਉਹਨਾਂ ਦੇ ਮਾਂ ਬਾਪ ਵੀ ਕਹਿੰਦੇ ਆ ਕਿ ਸਾਡੇ ਪੁੱਤ ਨੂੰ ਫੇਮਸ ਹੋਣਾ ਹੀ ਲੈ ਡੁੱਬਿਆ, ਜੇ ਮੇਰਾ ਪੁੱਤ ਫੇਮਸ ਨਾ ਹੁੰਦਾ ਤਾਂ ਸ਼ਾਇਦ ਉਹ ਇੱਧਰ ਵੱਲ ਨਾ ਜਾਂਦਾ। ਕੀ ਇਹ ਇਸ਼ਾਰਾ ਕਰਦੇ ਨੇ ਕਿ ਪੰਜਾਬੀ ਇੰਡਸਟਰੀ ਦੇ ਵੀ ਕੁਝ ਲੋਕ
ਜੁੜੇ ਹੋ ਸਕਦੇ ਨੇ ਇਸ ਕਤਲकांड ਦੇ ਵਿੱਚ? ਪੇਰੈਂਟਸ ਤਾਂ ਬਹੁਤ ਸਟਰੋਂਗਲੀ ਬਿਲੀਵ ਕਰਦੇ ਨੇ ਇਸ ਗੱਲ ਨੂੰ। ਪੇਰੈਂਟਸ ਨਹੀਂ, ਮੇਰੇ ਕਹਿਣ ਦਾ ਮਤਲਬ ਇਸ ਹੱਦ ਤੱਕ ਵੀ ਕੋਈ ਕਲਾਕਾਰ ਜਾ ਸਕਦਾ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਰਾ ਦਿੱਤਾ ਜਾਵੇ? ਮੇਰੇ ਖਿਆਲ ਜਾ ਸਕਦਾ ਹੈ, ਮੇਰੇ ਖਿਆਲ ਜਾ ਸਕਦਾ ਹੈ, ਪਰ ਉਹ ਤਾਂ ਹੀ ਜਾਏਗਾ ਜੋ ਉਹਦੇ ਨਾਲ ਕਿਸੇ ਹੋਰ ਦੀ ਬੈਕਿੰਗ ਹੋਵੇਗੀ। ਕੱਲਾ ਨਹੀਂ, ਕੱਲਾ ਐਡਾ ਵੱਡਾ ਰਿਸਕ ਨਹੀਂ ਲੈ ਸਕਦਾ, ਉਹ ਵੀ ਜਿਹੇ ਆਰਟਿਸਟ ਦੇ ਲਈ ਜਿਹਦੀ ਇੰਟਰਨੈਸ਼ਨਲ ਪਛਾਣ ਬਣੀ ਹੋਵੇ। ਜੇ ਕੱਲਾ ਇੱਕ ਸਿੰਗਰ ਦਾ ਕੰਮ ਹੋਏਗਾ ਤਾਂ ਇੱਕ ਸ਼ੂਟਰ ਨੂੰ ਹਾਇਰ ਕਰ ਲੇਗਾ। ਉਹ ਇੰਨਾ ਆਰਗੇਨਾਈਜ਼ਡ ਜਿਹੜੀ ਕਿਲਿੰਗ ਹੋਈ ਹੈ, ਜਿਹਦੇ ਵਿੱਚ ਪੰਜਾਬ, ਹਰਿਆਣਾ, ਦਿੱਲੀ ਦਾ NCR ਰੀਜਨ, ਉਹ ਸਾਰੇ ਬੰਦੇ ਇਨਵੋਲਵ ਨੇ। ਕਿੱਥੋਂ ਕਿੱਥੋਂ ਵੈਪਨਸ ਆਏ ਨੇ, ਕਿਸ ਨੇ ਪੈਸੇ ਦਿੱਤੇ, ਕਿਵੇਂ ਪੈਸੇ ਪਹੁੰਚੇ, ਤੇ ਸਾਰਾ ਕੁਝ ਜੇਲ੍ਹ ਤੋਂ ਹੋਇਆ। ਸੋ ਇਹਦੇ ਵਿੱਚ ਇਹ ਸਾਰਾ ਕੁਝ ਤੁਹਾਡੀ ਕਿਤਾਬ ਦੇ ਵਿੱਚ ਇਸ਼ਾਰੇ ਕਰਦਾ ਸਾਰਾ ਕੁਝ। ਮੈਂ ਬਿਲਕੁਲ, ਬਿਕੋਜ਼ ਇਹ ਸਬਜੂਡਿਸ ਅਸੀਂ ਡਾਇਰੈਕਟਲੀ ਨਹੀਂ ਲਿਖ ਸਕਦੇ। ਆਈ ਐਮ ਵੈਰੀ ਸ਼ੋਰ ਕਿ ਪੁਲਿਸ ਇਸ ਕਿਤਾਬ ਨੂੰ ਪੜ੍ਹ ਕੇ ਥੋੜਾ ਹੋਰ ਵੀ ਪਹਿਲੂਆਂ ਤੇ ਇਨਵੈਸਟੀਗੇਟ ਕਰੇਗੀ। ਇੱਕ ਮੇਰਾ ਆਖਰੀ ਸਵਾਲ ਹੈ ਲਾਰੈਂਸ ਬਿਸ਼ਨੋਈ ਨੂੰ ਲੈ ਕੇ। ਤੁਸੀਂ ਤੁਹਾਡਾ ਬਹੁਤ ਜ਼ਿਆਦਾ ਐਕਸਪੀਰੀਅੰਸ ਹੈਗਾ। ਇੱਕ ਕ੍ਰਾਈਮ ਕਰਨ ਵਾਲਾ ਬੰਦਾ ਖੁਦ ਮੰਨ ਰਿਹਾ ਕਿ ਇਹ ਕ੍ਰਾਈਮ ਮੈਂ ਕੀਤਾ ਹੈ, ਭਾਵੇਂ ਗੋਲਡੀ ਬਰਾੜ ਹੋਵੇ, ਭਾਵੇਂ ਲਾਰੈਂਸ ਬਿਸ਼ਨੋਈ ਹੋਵੇ, ਉਹ ਦੋਵੇਂ ਮੰਨ ਰਹੇ ਨੇ ਕਿ ਇਹ ਸਾਡਾ ਕੰਮ ਹੈ। ਇਸ ਤੋਂ ਬਾਅਦ ਵੀ ਤੁਸੀਂ ਸਵਾਲ ਕਿਉਂ ਚੁੱਕ ਰਹੇ ਹੋ ਕਿ ਨਹੀਂ, ਇਹਦੇ ਪਿੱਛੇ ਕੁਝ ਹੋਰ ਵੀ ਹੋ ਸਕਦਾ? ਇਹੀ ਐਕਚੁਅਲ ਕੁਐਸਚਨ ਹੀ ਹੈ। ਜਿਹੜਾ ਬੰਦਾ ਆਪਣੇ ਆਪ ਹੀ ਕਹਿ ਰਿਹਾ ਕਿ ਮੈਂ ਕੀਤਾ ਹੈ, ਉਹ ਚਾਹੁੰਦਾ ਹੈ ਕਿ ਇਨਵੈਸਟੀਗੇਸ਼ਨ ਮੇਰੇ ਤੋਂ ਅੱਗੇ ਜਾਵੇ ਨਾ। ਇਹ ਬਹੁਤ ਮਤਲਬ ਇਹਨਾਂ ਦਾ ਮੰਨਿਆ ਹੋਇਆ ਪਲੋਏ ਹੁੰਦਾ ਹੈਗਾ। ਐਂਡ ਲਾਰੈਂਸ ਬਿਸ਼ਨੋਈ ਦੀ 110 ਏਕੜ ਲੈਂਡ ਹੈ। ਇੱਕ ਸਿਸਟਮ ਦੇ ਉੱਤੇ ਉਹ ਵੀ ਆਪਣੇ ਆਪ 'ਚ ਕੁਐਸਚਨ ਹੈ ਕਿ 110 ਏਕੜ ਲੈਂਡ, ਉਹ ਬੰਦਾ 12th ਤੱਕ ਉਹ ਚੰਗਾ, 12ਵੀਂ ਤੱਕ ਚੰਗਾ ਭਲਾ ਸੀ, ਚੰਡੀਗੜ੍ਹ ਆ ਕੇ ਕੀ ਹੋ ਗਿਆ, ਕੋਈ ਇੰਨਾ ਵੱਡਾ ਗੈਂਗਸਟਰ ਬਣ ਗਿਆ। ਉਹਦੀ ਇੱਕ ਸਟੂਡੈਂਟ ਪੋਲਿਟਿਕਸ ਵਿੱਚ ਲੜਾਈ ਹੁੰਦੀ ਹੈ, ਲੜਾਈ ਤੋਂ ਬਾਅਦ FIR ਹੁੰਦੀ ਹੈ, ਤੇ FIR ਤੋਂ ਬਾਅਦ ਉਹ ਉੱਥੋਂ ਵਾਪਸ ਹੀ ਨਹੀਂ ਆ ਸਕਦਾ। ਕੀ ਆਪਣਾ ਸਿਸਟਮ ਦੇ ਉੱਤੇ ਸਵਾਲ ਹੈ। ਲਾਰੈਂਸ ਬਿਸ਼ਨੋਈ ਸਵਾਲ ਹੈ ਕਿ ਹੋਰ ਤੁਸੀਂ ਉਸਦੇ ਲੈਸਨ, ਲਾਈਫ ਦੇ ਲੈਸਨ ਤੋਂ ਸਿੱਖੋ ਕਿ ਨਵਾਂ ਲਾਰੈਂਸ ਬਿਸ਼ਨੋਈ ਨਾ ਬਣੇ। ਤੇ ਉਹ ਓਪਨਲੀ ਥ੍ਰੈਟ ਕਰ ਰਿਹਾ ਉਹ ਸਲਮਾਨ ਖਾਨ ਨੂੰ। ਕਿੰਨੀਆਂ ਇੰਟਰਵਿਊਜ਼ ਦੇ ਵਿੱਚ ਕਰ ਦਿੱਤਾ ਗਿਆ, ਉਸਨੇ ਕੀਤਾ ਹੈਗਾ। ਤੇ ਉਹ ਇੰਨੀ ਉਸਦੀ ਕੀ ਬੈਕਿੰਗ ਹੈ ਕਿ ਉਹ ਸਟਿਲ ਸਰਵਾਈਵ ਕਰ ਰਿਹਾ। ਬਿਲਕੁਲ ਠੀਕ। ਜੀ ਗੋਲਡੀ ਬਰਾੜ ਬਾਰੇ ਵੀ ਤੁਸੀਂ ਜ਼ਿਕਰ ਕੀਤਾ ਹੈ ਇਸ ਕਿਤਾਬ ਦੇ ਵਿੱਚ ਕੁਝ, ਕਿ ਗੋਲਡੀ ਬਰਾੜ ਕਈ ਵਾਰੀ ਕਹਿੰਦਾ ਕਿ ਹਾਂ ਅਸੀਂ ਕੀਤਾ ਹੈ, ਕਈ ਵਾਰੀ ਉਹ ਗੋਲ ਘੁਮਾਉਣ ਲੱਗ ਜਾਂਦਾ ਹੈ। ਇਸ ਬਾਰੇ ਕੁਝ ਲਿਖਿਆ ਤੁਸੀਂ ਕਿਤਾਬ ਦੇ ਵਿੱਚ? ਹਾਂਜੀ, ਗੋਲਡੀ ਬਰਾੜ ਨੇ ਜੋ ਵੀ ਉਸਨੇ ਪਬਲਿਕ ਫੋਰਮ ਤੇ ਕਿਹਾ ਹੈ। ਇਨਫੈਕਟ ਗੋਲਡੀ ਬਰਾੜ ਕੈਨੇਡਾ ਵਿੱਚ ਚਲਾ ਗਿਆ, ਤੇ ਕੈਨੇਡਾ ਐਜ਼ ਅ ਕੰਟਰੀ ਇੰਡੀਅਨ ਗਵਰਨਮੈਂਟ ਉਸ ਤੇ ਕਾਫੀ ਸਵਾਲ ਖੜੀ ਕਰਦੀ ਹੈ, ਪਰ ਉਹ ਬਿਲਕੁਲ ਡਿਫਰੈਂਟ ਇਸ਼ੂਜ਼ ਹੈ ਜੋ ਕੈਨੇਡੀਅਨ ਆਰਗੇਨਾਈਜੇਸ਼ਨ ਦੇ ਆਪਣੇ ਇਸ਼ੂ ਨੇ। ਸੋ ਉਸ ਦਾ ਮੈਂ ਇਹ ਨਹੀਂ ਕਹਾਂਗਾ ਕਿ ਪੂਰਾ ਇਸ ਕੇਸ ਦੇ ਨਾਲ ਹੈ, ਪਰ ਗੋਲਡੀ ਬਰਾੜ ਦਾ ਉੱਥੇ ਹੋਣਾ ਜ਼ਰੂਰ ਕੁਐਸਚਨਸ ਰੇਜ਼ ਕਰਦਾ। ਚਲੋ, ਬਹੁਤ ਬਹੁਤ ਧੰਨਵਾਦ ਜੁਪਿੰਦਰ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਔਰ ਅਸੀਂ ਇਹ ਕਿਤਾਬ ਜ਼ਰੂਰ ਪੜ੍ਹਾਂਗੇ। ਕਾਫੀ ਕੁਝ ਇਸ ਕਿਤਾਬ ਦੇ ਵਿੱਚ ਜੋ ਹੋਏਗਾ ਉਹਦੇ ਬਾਰੇ ਜੁਪਿੰਦਰਜੀਤ ਹੋਰਾਂ ਨੇ ਦੱਸਿਆ, ਪਰ ਹਾਲੇ ਵੀ ਬਹੁਤ ਸਾਰੇ ਅਣਸੁਲਝੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਤੁਹਾਨੂੰ ਇਸ ਕਿਤਾਬ ਦੇ ਵਿੱਚ ਹੀ ਮਿਲੇਗਾ। ਜੁਪਿੰਦਰਜੀਤ, ਜਾਂਦੇ ਜਾਂਦੇ ਮੈਨੂੰ ਦੱਸ ਦਿਓ ਇਹ ਕਿਤਾਬ ਕਿੱਥੇ ਕਿੱਥੇ ਅਵੇਲੇਬਲ ਹੈਗੀ ਹੈ? ਇਹ ਸਾਰੇ ਆਨਲਾਈਨ ਪਲੇਟਫਾਰਮਸ ਤੇ ਹੈ, ਤੇ ਆਲਮੋਸਟ ਸਾਰੇ ਬੁੱਕ ਸਟੋਰਸ ਵਿੱਚ ਇੰਡੀਆ ਦੇ ਵਿੱਚ ਇਹ ਬੁੱਕ ਅਵੇਲੇਬਲ ਹੈ। ਵੈਸਟਲੈਂਡ ਬੁੱਕਸ ਇਹਦਾ ਪਬਲਿਸ਼ਰ ਹੈ ਜੀ। ਸੋ ਉਹਨਾਂ ਦਾ ਬਹੁਤ ਅੱਛਾ ਨੈਟਵਰਕ ਹੈ, ਵਨ ਆਫ ਦੀ ਪ੍ਰੋਮੀਨੈਂਟ ਪਬਲਿਸ਼ਰ ਹੈਗਾ। ਤੇ ਇਹ ਬੁੱਕ ਬਹੁਤ ਜਲਦੀ ਪੰਜਾਬੀ, ਹਿੰਦੀ ਅਤੇ ਟੋਟਲ 12 ਲੈਂਗੁਏਜਸ ਦੇ ਵਿੱਚ ਇਹ ਬੁੱਕ ਆਏਗੀ। ਚਲੋ, ਬਹੁਤ ਬਹੁਤ ਧੰਨਵਾਦ ਔਰ ਬਹੁਤ ਬਹੁਤ ਸ਼ੁਭਕਾਮਨਾਵਾਂ ਇਸ ਕਿਤਾਬ ਦੇ ਲਈ। ਥੈਂਕ ਯੂ। ਸੋ ਇਸ ਹਨ ਜੁਪਿੰਦਰਜੀਤ ਜਿਨ੍ਹਾਂ ਨੇ ਕਿਤਾਬ ਲਿਖੀ ਹੂ ਕਿਲਡ ਮੂਸੇਵਾਲਾ, ਔਰ ਇਸ ਦੇ ਵਿੱਚ ਬਹੁਤ ਸਾਰੇ ਉਹ ਸਵਾਲ ਨੇ ਜੋ ਤੁਹਾਡੇ ਜ਼ਿਹਨ ਦੇ ਵਿੱਚ, ਜੋ ਸਾਡੇ ਜ਼ਿਹਨ ਦੇ ਵਿੱਚ ਨੇ। ਉਹਨਾਂ ਸਾਰੇ ਸਵਾਲਾਂ ਦਾ ਜਵਾਬ ਜ਼ਰੂਰ ਮਿਲੇਗਾ। ਜੋ ਆਥਰ, ਜੋ ਰਾਈਟਰ ਹੈ, ਉਹ ਇਹ ਕਹਿੰਦਾ ਹੈ ਕਿ ਇਹ ਇੱਕ ਸਿੰਪਲ ਮਰਡਰ ਨਹੀਂ ਹੈ। ਇਹ ਕਹਾਣੀ ਲਾਰੈਂਸ ਬਿਸ਼ਨੋਈ ਜਾਂ ਗੋਲਡੀ ਬਰਾੜ ਤੱਕ ਜਾ ਕੇ ਮੁੱਕ ਨਹੀਂ ਜਾਂਦੀ। ਜੇਕਰ ਇਸ ਦੀ ਜਾਂਚ, ਇਸ ਦੀ ਘੋਖ ਕੀਤੀ ਜਾਵੇ, ਡੀਪ ਦੇ ਵਿੱਚ ਜਾਇਆ ਜਾਵੇ, ਤਾਂ ਤੁਹਾਨੂੰ ਹੋਰ ਬਹੁਤ ਸਾਰੇ ਸਵਾਲ ਮਿਲਣਗੇ, ਹੋਰ ਬਹੁਤ ਸਾਰੇ ਕਲਪ੍ਰਿਟ ਮਿਲਣਗੇ ਜੋ ਇਸ ਕਤਲकांड ਦੇ ਪਿੱਛੇ ਹੋ ਸਕਦੇ ਨੇ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।